ਤੁਹਾਡੇ ਘਰ ਦਬਾਅ ਨਾ ਵੀ ਹੋਏ, ਬਹੁਤ ਸਾਰੀ ਚੀਜ਼ਾਂ ਦਾ ਦਬਾਅ ਤੁਹਾਡੇ ਤੇ ਤੁਹਾਡੀ ਸੁਸਾਇਟੀ ਪਾ ਦਿੰਦੀ ਹੈ ਜਿਹੜੇ ਸਮਾਜ 'ਚ ਤੁਸੀਂ ਵਿਚਰਦੇ ਹੋ। ਇੱਕ ਗੱਲ ਇਹ ਜ਼ਰੂਰ ਹੈਗੀ ਹੈ ਕਿ ਸਾਡਾ ਸਮਾਜ ਮਰਦਾਂ ਦੇ ਤਣਾਅ ਦੀ ਉਨੀ ਗੱਲ ਨਹੀਂ ਕਰਦਾ ਜਿੰਨੀ ਔਰਤਾਂ ਦੇ ਤਣਾਅ ਦੀ ਕਰਦਾ। ਅੱਜ ਦੇ ਟਾਈਮ 'ਚ ਸਾਨੂੰ ਜ਼ਰੂਰਤ ਇਹ ਹੋ ਗਈ ਹੈ ਵੀ ਅਸੀਂ ਦੋਨੋਂ ਜੈਂਡਰ ਦੇ ਸਟ੍ਰੈਸ ਦੀ, ਦੋਨੋਂ ਜੈਂਡਰ ਦੇ ਤਣਾਅ ਦੇ ਲੈਵਲ ਦੀ ਇਕੁਅਲੀ ਗੱਲ ਕਰੀਏ, ਬਰਾਬਰੀ ਨਾਲ ਗੱਲ ਕਰੀਏ। ਬਹੁਤ ਸਾਰੇ ਮਰਦ ਐਸੇ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੂੰ ਗੁਲਾਬੀ ਰੰਗ ਬਹੁਤ ਪਸੰਦ ਹੈ। ਇਹਦੇ 'ਚ ਕੁਛ ਜੈਂਡਰ ਦਾ ਨਹੀਂ ਹੈਗਾ, ਉਹਨਾਂ ਦੀ ਪਸੰਦ ਹੈ। ਆਪਸ 'ਚ ਕਪਲਸ ਗੱਲ ਨਹੀਂ ਕਰਦੇ ਹੈਗੇ। ਮਰਦ ਤਾਂ ਹਾਲਾਂਕਿ ਮਤਲਬ ਇਹ ਵੀ ਨਹੀਂ ਸ਼ੋਅ ਕਰ ਸਕਦੇ ਕਿ ਮੈਂ ਇਮੋਸ਼ਨਲੀ ਵਲਨਰੇਬਲ ਫੀਲ ਕਰ ਰਿਹਾ। ਕੋਈ ਵੀ ਅਗਰ ਮਰਦ ਹੈ ਉਹ ਅਗਰ ਆਪਣੇ ਫਿਜ਼ੀਕਲ ਪੇਨ ਜਾਂ ਇਮੋਸ਼ਨਲ ਪੇਨ ਦਾ ਇਜ਼ਹਾਰ ਕਰਦਾ ਕਿਧਰੇ ਵੀ, ਤਾਂ ਅਸੀਂ ਉਹਨੂੰ ਵੀਕ ਸਮਝਦੇ ਹਾਂ। ਫਾਦਰਸ ਹੋਣ, ਚਾਹੇ ਬ੍ਰਦਰਸ ਹੋਣ, ਚਾਹੇ ਹਸਬੈਂਡਸ ਹੋਣ, ਚਾਹੇ ਗ੍ਰੈਂਡਫਾਦਰਸ ਹੋਣ, ਉਹ ਜਦ ਤੱਕ ਮੈਨੂੰ ਲੱਗਦਾ ਕਿ ਪਾਣੀ ਨੱਕ ਤੱਕ ਨਹੀਂ ਆ ਜਾਂਦਾ ਹੈਗਾ, ਉਹ ਤਾਂ ਤੱਕ ਤੁਹਾਨੂੰ ਜਾ ਕੇ ਕਹਿਣਗੇ ਨਹੀਂ ਕਿ ਹਾਂਜੀ ਮੈਨੂੰ ਇਹ ਮੁਸੀਬਤ ਹੋਈ ਪਈ ਹੈ। ਕਿਸੇ ਟੀਚਰ ਨੇ ਸਟੂਡੈਂਟ ਨਾਲ ਵੀ ਬਦਤਮੀਜ਼ੀ ਕਰ ਲਈ, ਕੋਈ ਐਸੀ ਹਰਕਤ ਕਰ ਲਈ ਸ਼ਰਮਨਾਕ ਜਿਹੜੀ ਨਹੀਂ ਕਰਨੀ ਚਾਹੀਦੀ, ਉਹ ਇਸੇ ਕਰਕੇ ਹੋ ਰਿਹਾ ਕਿਉਂਕਿ ਜਿਹੜਾ ਪਰਦਾ ਹੈ ਉਹ ਖਤਮ ਹੁੰਦਾ ਜਾ ਰਿਹਾ। ਤੁਸੀਂ ਦੇਖੋਗੇ ਤੁਹਾਡੀ ਕੋਈ ਸਹੇਲੀ ਕਿਤੇ ਘੁੰਮ ਰਹੀ ਹੈਗੀ ਹੈ, ਤੁਹਾਨੂੰ ਤਣਾਅ ਹੋ ਜਾਣਾ ਕਿ ਤੁਸੀਂ ਇੰਨੀ ਠੰਡ 'ਚ ਕੰਮ ਕਰ ਰਹੇ ਹੋ ਤੇ ਤੁਹਾਡੀ ਸਹੇਲੀ ਕਿਤੇ ਜੋਧਪੁਰ, ਜੈਸਲਮੇਰ, ਕਿਤੇ ਗਰਮ ਇਲਾਕੇ 'ਚ ਘੁੰਮ ਰਹੀ ਹੈਗੀ। ਅਗਰ ਤੁਸੀਂ ਮੇਰੇ ਕਲੋਜ਼ਿੰਗ ਰਿਮਾਰਕਸ ਚਾਹੁੰਦੇ ਹੋ ਤਾਂ ਮੈਂ ਇਹੀ ਕਹਿੰਦਾ ਕਿ ਬਦਲਾਵ ਕਦੇ ਮਾੜਾ ਨਹੀਂ ਹੁੰਦਾ। ਚੇਂਜ ਇਜ਼ ਆਲਵੇਜ਼ ਫॉर द गुड। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਬੀ ਸੋਸ਼ਲ ਤੇ ਮੈਂ ਤੁਹਾਡੇ ਨਾਲ ਰਣਦੀਪ ਬੰਧੇਰ। ਹੁਣੇ ਜੇ ਇੱਕ ਖੋਜ ਰਿਪੋਰਟ ਸਾਹਮਣੇ ਆਈ ਹੈ ਜਿਹਦੇ 'ਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਜਿੰਨਾ ਤਣਾਅ ਇਸ ਵੇਲੇ ਪੰਜਾਬ ਦੀ ਨਵੀਂ ਪੀੜ੍ਹੀ, ਪੰਜਾਬ ਦੇ ਬੱਚੇ ਝੱਲ ਰਹੇ ਨੇ, ਜਾਂ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਵੀ ਅਸੀਂ ਵਿਚਰ ਰਹੇ ਹਾਂ, ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ 2040 ਤੱਕ ਪੰਜਾਬ ਦੇ ਵਿੱਚ ਨਵੇਂ ਬੱਚੇ ਪੈਦਾ ਹੋਣੇ ਬੰਦ ਹੋ ਜਾਣਗੇ। ਉਸ ਰਿਪੋਰਟ ਦੇ ਵਿੱਚ ਜਿਹੜਾ ਵੱਡਾ ਖੁਲਾਸਾ ਕੀਤਾ ਗਿਆ ਉਹ ਇਹ ਹੈ ਕਿ ਇਹਦਾ ਜਿਹੜਾ ਇੱਕ ਕਾਰਨ ਹੋਏਗਾ ਉਹ ਕੁੜੀਆਂ ਦੇ ਵਿੱਚ ਡਿਪਰੈਸ਼ਨ, ਤਣਾਅ ਹੋਏਗਾ ਅਤੇ ਮੁੰਡਿਆਂ ਦੇ ਵਿੱਚ ਵੱਧ ਰਹੀ ਨਸ਼ਿਆਂ ਦੀ ਆਦਤ ਉਹਨਾਂ ਨੂੰ ਅੰਦਰੂਨੀ ਤੌਰ 'ਤੇ ਖ਼ਤਮ ਕਰ ਦੇਗੀ। ਜਦੋਂ ਅਸੀਂ ਤਣਾਅ ਦੀ ਗੱਲ ਕਰਦੇ ਹਾਂ ਤਾਂ ਇੱਕ ਚੀਜ਼ ਅਕਸਰ ਦੇਖਣ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਜਿੱਥੇ ਵੀ ਕਿਸੇ ਵੀ ਤਰ੍ਹਾਂ ਦੇ ਤਣਾਅ ਦੀ ਗੱਲ ਆਉਂਦੀ ਹੈ, ਜਾਂ ਪਰਿਵਾਰਕ ਮਾਹੌਲ ਹੋਵੇ ਜਾਂ ਕੰਮਕਾਜੀ ਤਣਾਅ ਹੋਵੇ, ਵਧੇਰੇ ਕਰਕੇ ਸਾਡਾ ਧਿਆਨ ਕੇਂਦਰਿਤ ਹੋ ਜਾਂਦਾ ਹੈ ਉੱਥੋਂ ਦੀਆਂ ਔਰਤਾਂ ਦੇ ਉੱਤੇ, ਗ੍ਰਹਿਣੀਆਂ ਦੇ ਉੱਤੇ ਜਾਂ ਕੰਮਕਾਜੀ ਮਹਿਲਾਵਾਂ ਦੇ ਉੱਤੇ। ਸਾਨੂੰ ਲੱਗਦਾ ਕਿ ਕੰਮਕਾਜੀ ਔਰਤਾਂ ਜਿਹੜੀਆਂ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਣਾਅ ਵੱਧ ਰਿਹਾ ਹੈ, ਪਰ ਅਜਿਹਾ ਬਿਲਕੁਲ ਨਹੀਂ ਹੈ। ਤਣਾਅ ਜਿਹੜਾ ਹੈ ਮੁੰਡੇ ਵੀ ਉਹਦੇ ਓਨੇ ਹੀ ਸ਼ਿਕਾਰ ਨੇ। ਕਈ ਮਾਮਲਿਆਂ ਦੇ ਵਿੱਚ ਲੱਗਦਾ ਕਿ ਉਹਨਾਂ ਦੇ ਉੱਤੇ ਦਬਾਅ ਜਿਹੜਾ ਏ, ਸਮਾਜਿਕ ਪ੍ਰੈਸ਼ਰ ਜਿਹੜਾ ਏ ਉਹ ਜ਼ਿਆਦਾ ਹੁੰਦਾ ਏ ਕੁੜੀਆਂ ਦੇ ਮੁਕਾਬਲੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਾਨੂੰ ਸਹੂਲਤਾਂ ਮਿਲ ਜਾਂਦੀਆਂ। ਅਸੀਂ ਕੰਮ ਕਰੀਏ ਜਾਂ ਨਾ ਕਰੀਏ ਸਾਡੇ ਲਈ ਆਪਸ਼ਨਲ ਹੋ ਸਕਦਾ। ਹਰ ਕਿਸੇ ਦਾ ਆਪਣਾ ਇੱਕ ਦਾਇਰਾ ਹੈ ਕਿ ਉਹਨੇ ਅੱਗੇ ਜਾ ਕੇ ਕੀ ਕਰਨਾ। ਇਹ ਉਹਦੀਆਂ ਪਹਿਲਾਂ 'ਤੇ ਨਿਰਭਰ ਹੈ ਕਿ ਉਹ ਕਿਸ ਚੀਜ਼ ਨੂੰ ਜ਼ਿਆਦਾ ਸਮਾਂ ਦੇਣਾ ਚਾਹੁੰਦਾ ਏ। ਪਰ ਮੁੰਡਿਆਂ ਦੇ ਮਾਮਲੇ ਦੇ ਵਿੱਚ ਅਜਿਹਾ ਨਹੀਂ ਹੈ। ਉਹਨਾਂ ਨੇ ਘਰ ਪਰਿਵਾਰ ਵੀ ਚਲਾਉਣੇ ਨੇ ਅਤੇ ਪਰਿਵਾਰਾਂ ਦੀ ਜ਼ਿੰਮੇਵਾਰੀ ਵੀ ਉਹਨਾਂ ਦੇ ਉੱਤੇ ਹੈ ਅਤੇ ਆਪਸ਼ਨਲ ਜਿਹੜੀਆਂ ਚੀਜ਼ਾਂ ਸਾਡੇ ਲਈ ਨੇ ਉਹ ਉਹਨਾਂ ਲਈ ਜ਼ਰੂਰੀ ਨੇ। ਇਸੇ ਵਿਸ਼ੇ 'ਤੇ ਅੱਜ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਸਰ ਪ੍ਰੋਫੈਸਰ ਰਿਪੁਦਮਨ ਸਿੰਘ ਹੋਰਾਂ ਦੇ ਕੋਲ। ਉਹ ਇਸ ਵੇਲੇ ਇੱਕ ਨਾਮਵਰ ਯੂਨੀਵਰਸਿਟੀ ਦੇ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਜਰਨਲਿਜ਼ਮ ਵਿਭਾਗ ਦੇ ਵਿੱਚ ਪੜ੍ਹਾ ਰਹੇ ਨੇ। ਸਰ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਸਮੇਂ ਦੇ ਨਾਲ ਕੀ ਬਦਲਾਅ ਉਹਨਾਂ ਨੇ ਵੇਖੇ ਅਤੇ ਕੀ ਕੁਝ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਵਾਪਰਦਾ ਦੇਖਣਾ ਬਾਕੀ ਹੈ। ਕਿਉਂਕਿ ਨੌਜਵਾਨ ਪੀੜ੍ਹੀ ਦੇ ਨਾਲ ਜਦੋਂ ਕੋਈ ਬੰਦਾ ਵਿਚਰਦਾ ਤਾਂ ਸੁਭਾਵਿਕ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਦਾ ਜਿਹੜਾ ਅੰਦਾਜ਼ਾ ਹੈ ਉਹ ਪਹਿਲਾਂ ਤੋਂ ਹੋ ਜਾਂਦਾ ਹੈ। ਬਹੁਤ ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਕਿਵੇਂ ਹੋ? ਬਸ ਠੀਕ ਠਾਕ, ਤੁਸੀਂ ਸੁਣਾਓ ਕਿਸ ਤਰ੍ਹਾਂ? ਬਹੁਤ ਵਧੀਆ ਜੀ। ਜੀ ਅਸੀਂ ਜਦੋਂ ਗੱਲ ਕਰ ਹੀ ਰਹੇ ਸੀ ਨਾ, ਜਿਵੇਂ ਵੀ ਆਪਣੀ ਜਦੋਂ ਪਹਿਲਾਂ ਵੀ ਗੱਲ ਹੁੰਦੀ ਹੈ ਤਣਾਅ ਦੀ ਗੱਲ ਕਰੇ ਤੋਂ ਨਾ ਬਹੁਤਿਆਂ ਨੂੰ ਇਹ ਲੱਗਦਾ ਵੀ ਸਾਰਾ ਤਣਾਅ, ਸਾਰੀ ਸਟਰੈਸ ਨਾ ਸਿਰਫ ਕੁੜੀਆਂ ਕੋਲ ਹੀ ਹੈ, ਅਤੇ ਮੈਨੂੰ ਲੱਗਦਾ ਵੀ ਮੁੰਡਿਆਂ 'ਤੇ ਵੀ ਬਹੁਤ ਹੁੰਦਾ ਹੈ।
ਤਣਾਅ ਵੈਸੇ ਤਾਂ ਦੇਖੋ ਜੀਵਨ ਦੀ ਸੱਚਾਈ ਹੈ, ਜੋ ਅਸੀਂ ਹੁਣ ਲਾਈਫ ਜੀ ਰਹੇ ਹਾਂ, ਅੱਜ ਦਾ ਜਿਹੜਾ ਸਮੇਂ 'ਚ ਅਸੀਂ ਜ਼ਿੰਦਗੀ ਜਿਸ ਤਰ੍ਹਾਂ ਬਤੀਤ ਕਰ ਰਹੇ ਹਾਂ, ਤਣਾਅ ਸਾਰਿਆਂ ਨੂੰ ਹੀ ਹੈ, ਸਟ੍ਰੈਸ ਸਾਰਿਆਂ ਨੂੰ ਹੀ ਹੈਗਾ। ਹੋ ਸਕਦਾ ਕਿ ਕਿਸੇ ਨੂੰ ਜ਼ਿਆਦਾ ਹੋਏ, ਕਿਸੇ ਨੂੰ ਘੱਟ ਹੋਏ, ਪਰ ਹਾਂ ਇੱਕ ਗੱਲ ਇਹ ਜ਼ਰੂਰ ਹੈਗੀ ਹੈ ਕਿ ਸਾਡਾ ਸਮਾਜ ਮਰਦਾਂ ਦੇ ਤਣਾਅ ਦੀ ਉਨੀ ਗੱਲ ਨਹੀਂ ਕਰਦਾ ਜਿੰਨੀ ਔਰਤਾਂ ਦੇ ਤਣਾਅ ਦੀ ਕਰਦਾ। ਅਤੇ ਇਸ 'ਚ ਕੋਈ ਗਲਤ ਗੱਲ ਨਹੀਂ ਹੈ, ਔਰਤਾਂ ਨੂੰ ਤਣਾਅ ਹੁੰਦੇ ਨੇ, ਬਹੁਤ ਤਰੀਕੇ ਦੇ ਤਣਾਅ ਨੇ। ਅਗਰ ਮੈਂ ਔਰਤਾਂ ਨੂੰ ਇੱਕ ਸਮੂਹ ਦੇ ਤੌਰ 'ਤੇ ਗੱਲ ਕਰਾਂ ਅਤੇ ਸਦੀਆਂ ਤੋਂ ਔਰਤਾਂ ਪੀੜਿਤ ਹੁੰਦੀਆਂ ਆਈਆਂ ਨੇ, ਤਾਂ ਉਹਨਾਂ ਜਿਹੜੇ ਐਕਸਪੀਰੀਅੰਸਿਸ ਨੂੰ ਲੈ ਕੇ ਉਹ ਅੱਗੇ ਵਧੀਆਂ ਨੇ, ਉਹਨਾਂ ਕਾਰਨ ਉਹਨਾਂ ਨੂੰ ਬਹੁਤ ਤਣਾਅ ਹੁੰਦਾ। ਅਤੇ ਉਹਦੇ 'ਚ ਕੋਈ ਦੋ ਰਾਏ ਨਹੀਂ ਕਿ ਔਰਤਾਂ ਬਹੁਤ ਸਹਿੰਦੀਆਂ ਆਈਆਂ ਨੇ। ਇੱਥੇ ਮੈਂ ਇੰਡੀਵਿਜੂਅਲ ਦੀ ਗੱਲ ਨਹੀਂ ਕਰ ਰਿਹਾ, ਇੱਥੇ ਮੈਂ ਇੱਕ ਗਰੁੱਪ ਦੀ ਗੱਲ ਕਰ ਰਿਹਾ, ਇੱਕ ਸਮੂਹ ਦੀ ਗੱਲ ਕਰ ਰਿਹਾ, ਜੈਂਡਰ ਐਜ਼ ਅ ਗਰੁੱਪ ਬੇਸਿਕਲੀ। ਔਰਤਾਂ ਬਹੁਤ ਤਣਾਅ ਸਹਿੰਦੀਆਂ ਨੇ, ਸਹਿੰਦੀਆਂ ਆਈਆਂ ਵੀ ਨੇ, ਪਰ ਅੱਜ ਦੇ ਟਾਈਮ 'ਚ ਸਾਨੂੰ ਜ਼ਰੂਰਤ ਇਹ ਹੋ ਗਈ ਹੈ ਵੀ ਅਸੀਂ ਦੋਨੋਂ ਜੈਂਡਰ ਦੇ ਸਟ੍ਰੈਸ ਦੀ, ਦੋਨੋਂ ਜੈਂਡਰ ਦੇ ਤਣਾਅ ਦੇ ਲੈਵਲ ਦੀ ਬਰਾਬਰੀ ਨਾਲ ਗੱਲ ਕਰੀਏ। ਔਰਤਾਂ ਆਪਣੇ ਕਿਸਮ ਦਾ ਤਣਾਅ ਸਹਿੰਦੀਆਂ ਨੇ ਅਤੇ ਮਰਦ ਆਪਣੇ ਕਿਸਮ ਦਾ ਤਣਾਅ ਸਹਿੰਦੇ ਨੇ। ਸਾਡੇ ਸਮਾਜ ਦਾ ਦੁਖਾਂਤ ਮੈਨੂੰ ਲੱਗਦਾ ਇਹ ਹੈ ਵੀ ਅਸੀਂ ਬੜੀ ਜਲਦੀ ਨਾ ਕਿਸੇ ਵੀ ਜੈਂਡਰ ਨੂੰ, ਕਿਸੇ ਵੀ ਸਮੁਦਾਇ ਨੂੰ ਇੱਕ ਵਾਟਰ ਟਾਈਟ ਕੰਪਾਰਟਮੈਂਟ 'ਚ ਪਾ ਦਿੰਦੇ ਹਾਂ। ਵਾਟਰ ਟਾਈਟ ਕੰਪਾਰਟਮੈਂਟ ਕਿ ਅਸੀਂ ਉਹਦੇ ਆਈਡੈਂਟੀਫਾਇਰਸ ਡਿਫਾਈਨ ਕਰ ਦਿੰਦੇ ਹਾਂ ਕਿ ਅਗਰ ਔਰਤਾਂ ਨੇ ਤਾਂ ਉਹਨਾਂ ਨੂੰ ਐਵੇਂ ਦਾ ਹੋਣਾ ਚਾਹੀਦਾ, ਮਰਦ ਹੈ ਅਤੇ ਉਹਨੂੰ ਐਵੇਂ ਦਾ ਹੋਣਾ ਚਾਹੀਦਾ। ਸਮਾਜ ਬਦਲ ਰਿਹਾ, ਪਰ ਉਸ ਤਰੀਕੇ ਨਾਲ ਨਹੀਂ ਬਦਲ ਰਿਹਾ, ਜਾਂ ਉਨੀ ਸਪੀਡ ਨਾਲ ਨਹੀਂ ਬਦਲ ਰਿਹਾ ਜਿਸ ਤਰੀਕੇ ਨਾਲ ਸਾਡਾ ਲਾਈਫ ਸਟਾਈਲ ਜਾਂ ਜਿਸ ਤਰੀਕੇ ਨਾਲ ਸਾਡੇ ਆਲੇ ਦੁਆਲੇ ਦੇ ਬਦਲਾਅ ਆ ਰਹੇ ਨੇ। ਤੁਸੀਂ ਮਰਦਾਂ ਦੀ ਅਗਰ ਅਸੀਂ ਗੱਲ ਕਰੀਏ ਤਾਂ ਅਸੀਂ ਐਕਸਪੈਕਟ ਇਹ ਕਰਦੇ ਹਾਂ, ਸਾਡਾ ਸਮਾਜ ਇਹ ਐਕਸਪੈਕਟ ਕਰਦਾ ਵੀ ਮਰਦ ਇੱਕ ਪਰਟੀਕੂਲਰ ਤਰੀਕੇ ਦੇ ਹੋਣੇ ਚਾਹੀਦੇ ਨੇ, ਉਹਨਾਂ ਦੀ ਫਿਜ਼ੀਕੈਲਿਟੀ ਇੱਕ ਤਰੀਕੇ ਦੀ ਹੋਣੀ ਚਾਹੀਦੀ ਹੈ, ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਇੱਕ ਤਰੀਕੇ ਦਾ ਹੋਣਾ ਚਾਹੀਦਾ ਹੈ, ਉਹ ਤਿਆਰ ਇੱਕ ਤਰੀਕੇ ਦੇ ਹੋਣੇ ਚਾਹੀਦੇ ਨੇ। ਹੁਣ ਕਿਸੇ ਅਗਰ ਮਰਦ ਨੂੰ ਗੁਲਾਬੀ ਰੰਗ ਪਸੰਦ ਹੈ ਅਤੇ ਸਾਡਾ ਸਮਾਜ ਉਸ ਤਰੀਕੇ ਦਾ ਹੈ ਕਿ ਅਗਰ ਕੋਈ ਮਰਦ ਕਹੇ ਕਿ ਮੇਰਾ ਫੇਵਰੇਟ ਕਲਰ ਪਿੰਕ ਹੈ, ਅਤੇ ਬਹੁਤਾਤ ਵਿੱਚ ਅਸੀਂ ਉਹਦਾ ਮਜ਼ਾਕ ਉਡਾਉਂਦੇ ਹਾਂ ਕਿ ਗੁਲਾਬੀ ਰੰਗ ਤਾਂ ਕੁੜੀਆਂ ਦਾ ਰੰਗ ਹੈ। ਹਾਲਾਂਕਿ ਮੈਂ ਖੁਦ ਕਾਲਾ ਪਾਇਆ ਹੋਇਆ, ਪਰ ਬਹੁਤ ਸਾਰੇ ਮਰਦ ਐਸੇ ਨੇ ਜਿਨ੍ਹਾਂ ਨੂੰ ਮੈਂ ਜਾਣਦਾ, ਜਿਨ੍ਹਾਂ ਨੂੰ ਗੁਲਾਬੀ ਰੰਗ ਬਹੁਤ ਪਸੰਦ ਹੈ। ਇਹਦੇ 'ਚ ਕੁਛ ਜੈਂਡਰ ਦਾ ਨਹੀਂ ਹੈਗਾ, ਉਹਨਾਂ ਦੀ ਪਸੰਦ ਹੈ। ਛੋਟੀ ਛੋਟੀ ਗੱਲਾਂ ਕਰਕੇ ਅਸੀਂ ਦੇਖਦੇ ਹਾਂ ਕਿ ਅਸੀਂ ਤਣਾਅ ਇੱਕ ਦੂਜੇ ਦੇ ਵਿੱਚ ਹੀ ਬਣਾ ਦਿੰਦੇ ਹਾਂ, ਅਤੇ ਅਸੀਂ ਆਪਣੀ ਪਸੰਦ ਨਾਪਸੰਦ ਜ਼ਿੰਦਗੀ ਦੇ ਜੀਣ ਦੇ ਤਰੀਕੇ ਨੂੰ ਅਸੀਂ ਆਪਣੇ ਆਲੇ ਦੁਆਲੇ ਦੇ ਦੋਸਤਾਂ ਨਾਲ ਹੀ, ਪਰਿਵਾਰਾਂ ਨਾਲ ਹੀ ਅਸੀਂ ਸਾਂਝਾ ਨਹੀਂ ਕਰ ਪਾਉਂਦੇ ਕਿ ਮੈਨੂੰ ਇਹ ਚੀਜ਼ ਪਸੰਦ ਹੈ, ਪਰ ਮੈਨੂੰ ਡਰ ਲੱਗਦਾ ਕਿ ਕਿਤੇ ਮੈਨੂੰ ਕੋਈ ਇਹ ਨਾ ਕਹਿ ਦੇ ਕਿ ਇਹ ਤਾਂ ਕੁੜੀਆਂ ਵਰਗੀ ਚੀਜ਼ ਹੈ, ਇਹ ਤਾਂ ਕੁੜੀਆਂ ਦੇ ਕੰਮ ਨੇ। ਜੀ ਸਰ, ਤੁਸੀਂ ਇਸ ਵੇਲੇ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਹੇ ਹੋ, ਹੈ ਨਾ, ਖੁਦ ਤੁਸੀਂ PhD ਦੇ ਸਟੂਡੈਂਟ ਹੋ ਜੀ, ਅਤੇ ਨਾਲ ਹੀ ਨੌਜਵਾਨ ਬੱਚਿਆਂ ਨੂੰ, ਯੰਗਸਟਰਸ ਨੂੰ ਡੀਲ ਕਰਨਾ, ਅਤੇ ਪਰਿਵਾਰਿਕ ਇੱਕ ਤਰ੍ਹਾਂ ਜਿਹੜਾ ਦਬਾਅ ਹੈ ਉਹ ਵੀ ਹੁੰਦਾ ਕਿ ਕਰੀਅਰ ਸੈੱਟ ਕਰੋ, ਫਿਰ ਵਿਆਹ ਕਰਵਾਉਣਾ ਅੱਗੇ, ਉਹ ਸਾਰੀਆਂ ਚੀਜ਼ਾਂ ਕਿਵੇਂ ਬੈਲੈਂਸ ਕਰਦੇ ਹੋ? ਦੇਖੋ, ਪਰਸਨਲ ਲੈਵਲ 'ਤੇ ਮੇਰੀ ਫੈਮਿਲੀ ਵੱਲੋਂ ਕਦੇ ਦਬਾਅ ਨਹੀਂ ਸੀਗਾ, ਵਿਆਹ ਦਾ ਤਾਂ ਕਦੇ ਹੀ ਨਹੀਂ ਸੀਗਾ। ਅਤੇ ਪਰ ਹਾਂ, ਉਮਰ ਦੇ ਨਾਲ ਨਾਲ ਤੁਹਾਨੂੰ ਮਹਿਸੂਸ ਜ਼ਰੂਰ ਹੁੰਦਾ ਹੈ ਕਿ ਸੁਸਾਇਟੀ 'ਚ ਤੁਸੀਂ ਵਿਚਰਦੇ ਹੋ ਅਤੇ ਸੁਸਾਇਟੀ ਜ਼ਰੂਰ ਤੁਹਾਡੇ 'ਤੇ ਦਬਾਅ ਪਾਉਂਦੀ। ਤੁਹਾਡੇ ਘਰ ਦਬਾਅ ਨਾ ਵੀ ਹੋਏ, ਬਹੁਤ ਸਾਰੀ ਚੀਜ਼ਾਂ ਦਾ ਦਬਾਅ ਤੁਹਾਡੇ 'ਤੇ ਤੁਹਾਡੀ ਸੁਸਾਇਟੀ ਪਾ ਦਿੰਦੀ ਹੈ। ਜਿਹੜੇ ਸਮਾਜ 'ਚ ਤੁਸੀਂ ਵਿਚਰਦੇ ਹੋ, ਘਰ ਦੇ 4-5 ਜੀ ਤੁਹਾਨੂੰ ਸ਼ਾਇਦ ਨਾ ਵੀ ਕਹਿੰਦੇ ਹੋਣ ਕੁਝ, ਪਰ ਤੁਸੀਂ ਜਦੋਂ ਆਪਣੇ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲਦੇ ਹੋ, ਤੁਸੀਂ ਆਫਿਸ ਜਾਂਦੇ ਹੋ, ਤੁਸੀਂ ਲੋਕਾਂ ਨੂੰ ਮਿਲਦੇ ਹੋ, ਤਾਂ ਉਹ ਬਿਯੋਂਡ ਅ ਪੁਆਇੰਟ ਅਗੇਨ ਉਹਨਾਂ ਦੀ ਐਕਸਪੈਕਟੇਸ਼ਨ ਤੁਹਾਡੇ ਤੋਂ ਵਿਦਾਊਟ ਐਨੀ ਰੀਜ਼ਨ ਹੀ ਹੋਈਆਂ ਪਈਆਂ ਹੁੰਦੀਆਂ ਕਿ ਤੁਸੀਂ ਇੱਦਾਂ ਦਾ ਬਿਹੇਵ ਕਰੋਗੇ। ਯੂ ਆਰ ਸਪੋਜ਼ ਟੂ ਡੂ ਥੀਸ ਥਿੰਗਸ ਨਾਓ ਦੈਟ ਯੂ ਹੈਵ ਰੀਚ ਅ ਪਰਟੀਕੂਲਰ ਸਟੇਜ। ਜਿਸ ਤਰ੍ਹਾਂ ਤੁਸੀਂ 22-23 ਸਾਲ ਦੇ ਹੋ ਗਏ ਹੋ ਅਤੇ ਹੁਣ ਤੁਸੀਂ ਇੱਕ ਨੌਕਰੀ ਦੀ ਤਲਾਸ਼ 'ਚ ਲੱਗ ਜਾਓ। ਤੁਹਾਡਾ ਅਗਰ ਕੰਮ ਕਰਨ ਦਾ ਜੀਅ ਨਹੀਂ ਕਰ ਰਿਹਾ ਤਾਂ ਤੁਹਾਨੂੰ ਫਿਰ ਇੱਕ ਨਿਖੱਟੂ ਆਦਮੀ ਕਿਹਾ ਜਾਏਗਾ, ਤੁਹਾਨੂੰ ਪਰਿਵਾਰ 'ਤੇ ਬੋਝ ਕਿਹਾ ਜਾਏਗਾ। ਤੁਸੀਂ ਆਪਣੀ ਜ਼ਿੰਦਗੀ ਇੰਜੋਏ ਕਰਨਾ ਚਾਹੁੰਦੇ ਹੋ। ਇਹ ਆਪਸ਼ਨ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ 'ਚ ਕਿ ਇਹ ਆਪਸ਼ਨ ਮਰਦਾਂ ਕੋਲ ਨਹੀਂ ਹੁੰਦੀ ਹੈਗੀ। ਹੋ ਸਕਦਾ ਕਿ ਮੇਰੀ ਗੱਲ ਕਈਆਂ ਨੂੰ ਨਾ ਪਸੰਦ ਆਏ, ਤੁਹਾਡੇ ਵਿਊਵਰਸ 'ਚੋਂ ਕਈਆਂ ਨੂੰ ਨਾ ਵੀ ਪਸੰਦ ਆਏ। ਇੱਕ ਆਪਸ਼ਨ ਇਹ ਜ਼ਰੂਰ ਹੈ ਕਿ ਮਤਲਬ ਮਰਦ ਨੂੰ ਕੰਮ ਕਰਨਾ ਜ਼ਰੂਰੀ ਹੈ। ਅਸੀਂ ਨਾ ਪਹਿਲਾਂ ਇਹੀ ਗੱਲ ਕਰ ਰਹੇ ਸੀ ਕਿ ਇੱਕ ਕੁੜੀ ਹੋਣ ਕਰਕੇ ਮੈਂ ਇਹ ਗੱਲ ਕਹਿ ਸਕਦੀ ਹਾਂ ਕਿ ਮੈਂ ਕੰਮ ਕਰਾਂ ਜਾਂ ਨਾ ਕਰਾਂ, ਮੇਰੀ ਮਰਜ਼ੀ ਹੈ ਨਾ। ਜਾਂ ਮੈਂ ਫੋਰ ਐਗਜ਼ਾਮਪਲ ਮੈਂ ਕੰਮ ਛੱਡ ਕੇ ਘਰੇ ਵੀ ਬਹਿ ਜਾ ਤਾਂ ਉਹ ਮੈਨੂੰ ਸਮਾਜ ਉਸ ਤਰ੍ਹਾਂ ਦਾ ਮਹਿਸੂਸ ਨਹੀਂ ਕਰਾਏਗਾ ਵੀ ਹਾਏ ਇਹ ਘਰੇ ਬੈਠੀ ਹੈ, ਕਿਉਂਕਿ ਉਹਨੂੰ ਲੱਗਦਾ ਕਿ ਵੀ ਇਹਦੇ ਕੋਲ ਬਹੁਤ ਸਾਰੇ ਕੰਮ ਨੇ ਜੇ ਇਹ ਘਰੇ ਵੀ ਹੈ ਨਾ। ਪਰ ਇੱਕ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਘਰੇ ਬੈਠਾ, ਤਾਂ ਉਹ ਕਹਿੰਦੇ ਵੀ ਤੂੰ ਘਰੇ ਬੈਠਾ ਤਾਂ ਕੁਛ ਨਹੀਂ ਕਰ ਰਿਹਾ, ਚਾਹੇ ਉਹ ਘਰੇ ਵੀ ਬਹੁਤ ਸਾਰੇ ਕੰਮ ਕਰ ਰਿਹਾ ਹੋਵੇ। ਇਹ ਬਿਲਕੁਲ ਸਹੀ ਗੱਲ ਹੈ। ਅਗਰ ਤੁਸੀਂ ਇੱਕ ਫਿਲਮ ਆਈ ਸੀਗੀ ਅੱਜ ਤੋਂ ਕੁਝ ਸਾਲ ਪਹਿਲਾਂ,
ਨਾਮ ਨਹੀਂ ਲਵਾਂਗੇ ਚਲੋ, ਪਰ ਉਹਦੇ 'ਚ ਇੱਕ ਕਨਸੈਪਟ ਸੀਗਾ ਹਾਊਸ ਹਸਬੈਂਡ ਦਾ, ਅਤੇ ਹਿੰਦੀ ਫਿਲਮ ਹੀ ਸੀਗੀ। ਉਹਦੇ 'ਚ ਹਾਊਸ ਹਸਬੈਂਡ ਦਾ ਕਨਸੈਪਟ ਸੀਗਾ ਕਿ ਜਿਹੜੀ ਵਾਈਫ ਹੈ, ਹੀਰੋਇਨ ਹੈ ਜਿਹੜੀ ਫਿਲਮ ਦੀ, ਉਹ ਬਾਹਰ ਕੰਮ ਕਰਨ ਜਾਂਦੀ ਹੈ ਅਤੇ ਜਿਹੜਾ ਹੀਰੋ ਹੈ ਸਾਡਾ ਫਿਲਮ ਦਾ, ਉਹ ਘਰੇ ਬਹਿ ਕੇ ਘਰ ਸੰਭਾਲਦਾ। ਅਤੇ ਉਹ ਸਾਰੀ ਫਿਲਮ ਹੀ ਇਹਦੇ ਆਲੇ ਦੁਆਲੇ ਸੀ ਕਿ ਉਹਨੂੰ ਸਮਾਜ ਕਿਵੇਂ ਦੇਖਦਾ ਅਤੇ ਉਹਨੂੰ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ, ਉਹਨੂੰ ਕਿਹੜੀਆਂ ਕਿਹੜੀਆਂ ਔਕੜਾਂ ਆਉਂਦੀਆਂ ਨੇ। ਉਹ ਫਿਲਮ ਦੇ ਤੌਰ ਸੀਗਾ, ਉਹਨੂੰ ਹਸੀ ਮਜ਼ਾਕ 'ਚ ਪੇਸ਼ ਕੀਤਾ ਗਿਆ, ਉਹਨੂੰ ਕਾਮੇਡੀ 'ਚ ਪੇਸ਼ ਕੀਤਾ ਗਿਆ, ਅਤੇ ਜਦੋਂ ਤੁਸੀਂ ਫਿਲਮ ਦੇਖਦੇ ਹੋ ਤੁਹਾਨੂੰ ਹਸੀ ਵੀ ਆਉਂਦੀ ਹੈ। ਪਰ ਜਦੋਂ ਤੁਸੀਂ ਫਿਲਮ ਤੋਂ ਬਾਅਦ ਸੋਚਦੇ ਹੋ ਕਿ ਕੀ ਸਾਡੇ ਘਰਾਂ 'ਚ ਇੱਦਾਂ ਦਾ ਮਾਹੌਲ ਹੋ ਸਕਦਾ ਕਿ ਸਾਡੇ ਘਰ ਦਾ ਕੋਈ ਮਰਦ ਐਵੇਂ ਕਹੇ ਕਿ ਮੈਂ ਨੌਕਰੀ ਨਹੀਂ ਕਰਨੀ, ਮੈਂ ਘਰ ਸੰਭਾਲਣਾ ਚਾਹੁੰਦਾ, ਕਿ ਸਾਡਾ ਸਮਾਜ ਇਸ ਤਰੀਕੇ ਦੀ ਸਪੇਸ ਉਹਨਾਂ ਨੂੰ ਦੇ ਰਿਹਾ ਕਿ ਮੈਂ ਰਸੋਈ ਸਾਂਭ ਲੈਂਦਾ, ਮੇਰੀ ਵਾਈਫ ਜਾਂ ਮੇਰੀ ਸਿਸਟਰ ਜਾਂ ਘਰ 'ਚ ਕੋਈ ਵੀ ਜਿਹੜੀ ਲੇਡੀ ਹੈਗੀ ਹੈ ਉਹ ਬਾਹਰ ਜਾ ਕੇ ਪੈਸਾ ਕਮਾਏ। ਕਿ ਸਾਡੀ ਜਿਹੜੀ ਕਲੈਕਟਿਵ ਮੇਲ ਈਗੋ ਹੈਗੀ ਹੈ ਸੋਸਾਇਟੀ ਦੀ, ਕਿ ਉਹ ਇਸ ਚੀਜ਼ ਨੂੰ ਅਲਾਓ ਕਰਦੀ ਹੈ, ਇਸ ਚੀਜ਼ ਦੀ ਕਿ ਸਪੇਸ ਦੇਗੀ ਕਿ ਇੱਕ ਮਰਦ ਕਹੇ ਕਿ ਮੈਂ ਨੌਕਰੀ ਨਹੀਂ ਕਰਨਾ ਚਾਹੁੰਦਾ। ਬਾਕੀ ਜਿੱਥੇ ਤੱਕ ਲਾਈਫ ਨੂੰ ਬੈਲੈਂਸ ਕਰਨ ਦੀ ਗੱਲ ਹੈਗੀ ਹੈ, ਉਹ ਮੈਨੂੰ ਲੱਗਦਾ ਉਹ ਦੋਨੋਂ ਜੈਂਡਰਸ ਦਾ ਇਕੁਅਲ ਹੈਗਾ। ਔਰਤਾਂ ਵੀ ਲਾਈਫ ਨੂੰ ਬਹੁਤ ਸਾਰੇ ਰੋਲ ਬੈਲੈਂਸ ਕਰਦੀਆਂ ਨੇ, ਮਰਦ ਵੀ ਕਰਦੇ ਨੇ। ਇਸ ਗੱਲ 'ਤੇ ਮੈਂ ਇਹ ਸਮਝਦਾ ਕਿ ਔਰਤਾਂ ਹਾਲਾਂਕਿ ਜ਼ਿਆਦਾ ਬੈਲੈਂਸ ਕਰਦੀਆਂ, ਜਿਹੜੀਆਂ ਵਰਕਿੰਗ ਲੇਡੀਜ਼ ਨੇ ਖਾਸ ਤੌਰ 'ਤੇ, ਉਹਨਾਂ ਨੂੰ ਜ਼ਿਆਦਾ ਬੈਲੈਂਸ ਕਰਨਾ ਪੈਂਦਾ। ਮਰਦਾਂ ਨੂੰ ਉਸ ਤਰੀਕੇ ਨਾਲ ਬੈਲੈਂਸ ਨਹੀਂ ਕਰਨਾ ਪੈਂਦਾ। ਜਿਹੜੇ ਵਰਕਿੰਗ ਮੇਲਸ ਨੇ ਉਹਨਾਂ ਤੋਂ ਉਸ ਤਰੀਕੇ ਦੀ ਐਕਸਪੈਕਟੇਸ਼ਨ ਨਹੀਂ ਹੁੰਦੀ। ਔਰਤਾਂ ਤੋਂ ਹਾਲਾਂਕਿ ਐਕਸਪੈਕਟੇਸ਼ਨ ਜ਼ਿਆਦਾ ਹੁੰਦੀ ਹੈ ਕਿ ਔਰਤ ਅਗਰ ਵਰਕਿੰਗ ਹੈ ਅਤੇ ਆਫਿਸ ਵੀ ਸੰਭਾਲੇ ਅਤੇ ਘਰ ਵੀ ਸੰਭਾਲੇ। ਹਾਲਾਂਕਿ ਅਗਰ ਤੁਸੀਂ ਇੱਕ ਹਾਊਸ ਵਾਈਫ ਹੋ ਫਿਰ ਤਾਂ ਤੁਸੀਂ ਘਰ ਹੀ ਸੰਭਾਲਣਾ। ਮਰਦਾਂ ਤੋਂ ਹਾਲਾਂਕਿ ਇੰਨੀ ਕੁ ਜ਼ਰੂਰ ਹੈਗੀ ਕਿ ਮਰਦਾਂ ਨੂੰ ਘਰ ਸੰਭਾਲਣ ਦਾ ਜ਼ਿੰਮੇਦਾਰੀ ਉਸ ਤਰੀਕੇ ਨਾਲ ਨਹੀਂ ਹੁੰਦੀ ਕਿ ਅਗਰ ਤੁਸੀਂ ਸ਼ਾਮ ਨੂੰ 7 ਵਜੇ 8 ਵਜੇ ਰਾਤ ਨੂੰ ਘਰ ਆਉਂਦੇ ਹੋ ਅਤੇ ਤੁਸੀਂ ਰਾਤ ਨੂੰ ਘਰ ਦੀ ਸਫਾਈ ਦੀ ਟੈਨਸ਼ਨ ਨਹੀਂ ਹੁੰਦੀ ਤੁਹਾਨੂੰ, ਜਾਂ ਮਰਦਾਂ ਨੂੰ ਇਹ ਨਹੀਂ ਹੁੰਦਾ ਕਿ ਰੋਟੀ ਬਣੀ ਬਣਾਈ ਮਿਲੇਗੀ ਕਿ ਨਹੀਂ ਮਿਲੇਗੀ, ਰੋਟੀ ਮਿਲ ਹੀ ਜਾਏਗੀ। ਅਤੇ ਉਹ ਹੈ ਮਤਲਬ, ਕਿਉਂਕਿ ਅਗੇਨ ਸਾਡੀ ਸੁਸਾਇਟੀ ਥੋੜ੍ਹਾ ਬੈਲੈਂਸ ਦੀ ਕਮੀ ਹੈ, ਅਤੇ ਇਹੀ ਕਾਰਨ ਹੈ ਕਿ ਅਸੀਂ ਫਿਰ ਇਹ ਦੇਖਦੇ ਹਾਂ ਕਿ ਤਣਾਅ ਵੱਧ ਜਾਂਦਾ, ਆਪਸ 'ਚ ਕਪਲਸ ਗੱਲ ਨਹੀਂ ਕਰਦੇ ਹੈਗੇ। ਮਰਦ ਤਾਂ ਹਾਲਾਂਕਿ ਮਤਲਬ ਇਹ ਵੀ ਨਹੀਂ ਸ਼ੋਅ ਕਰ ਸਕਦੇ ਕਿ ਮੈਂ ਇਮੋਸ਼ਨਲੀ ਵਲਨਰੇਬਲ ਫੀਲ ਕਰ ਰਿਹਾ, ਮੇਰਾ ਦਿਲ ਉਦਾਸ ਹੈ, ਜਾਂ ਸਾਡੀ ਫਿਲਮਾਂ 'ਚ ਹੋਣ ਜਾਂ ਸਾਡੀ ਸੁਸਾਇਟੀ 'ਚ ਵੀ ਹੋਏ। ਹਾਂ, ਇੱਕ ਨਾ ਇਹ ਦਿਖਾਇਆ ਜਾਂਦਾ ਹੈ ਕਿ ਜਿਹੜਾ ਬੰਦਾ ਹੈ ਨਾ ਇਹ ਬਹੁਤ ਸਖਤ ਦਿਲ ਹੈ, ਉਹ ਵੀ ਮਰਦ ਨੂੰ ਦਰਦ ਨਹੀਂ ਹੋ ਸਕਦਾ। ਇਸ ਡਾਇਲੋਗ ਨੇ ਮੈਨੂੰ ਲੱਗਦਾ ਹੈ ਸਭ ਤੋਂ ਵੱਧ ਨੁਕਸਾਨ ਕੀਤਾ। ਬੱਚਨ ਸਾਹਿਬ ਬੋਲ ਗਏ ਡਾਇਲੋਗ, ਬਹੁਤ ਚੰਗਾ ਡਾਇਲੋਗ ਹੈ, ਸੁਣਨ 'ਚ ਬਹੁਤ ਚੰਗਾ ਲੱਗਦਾ, ਪਰ ਉਹ ਸਾਡੀ ਕਲੈਕਟਿਵ ਕੌਨਸ਼ੀਅਸਨੈਸ ਵਿੱਚ ਨਾ ਉਹ ਇਸ ਤਰੀਕੇ ਨਾਲ ਚਿਪਕ ਗਿਆ ਕਿ ਕੋਈ ਵੀ ਅਗਰ ਮਰਦ ਹੈ, ਉਹ ਅਗਰ ਆਪਣੇ ਫਿਜ਼ੀਕਲ ਪੇਨ ਜਾਂ ਇਮੋਸ਼ਨਲ ਪੇਨ ਦਾ ਇਜ਼ਹਾਰ ਕਰਦਾ ਕਿਧਰੇ ਵੀ, ਤਾਂ ਅਸੀਂ ਉਹਨੂੰ ਵੀਕ ਸਮਝਦੇ ਹਾਂ। ਹਾਲਾਂਕਿ ਇਹ ਬੜਾ ਇੱਕ ਬੇਸਿਕ ਹਿਊਮਨ ਨੇਚਰ ਹੈ। ਤੁਸੀਂ ਤਕਲੀਫ 'ਚ ਹੋ, ਅਗਰ ਤੁਹਾਨੂੰ ਦਰਦ ਹੋ ਰਿਹਾ ਹੈ ਇਮੋਸ਼ਨਲੀ, ਮੈਂਟਲੀ, ਫਿਜ਼ੀਕਲੀ, ਤਾਂ ਤੁਸੀਂ ਅਗਰ ਉਹਦਾ ਇਜ਼ਹਾਰ ਕਰਦੇ ਹੋ ਤਾਂ ਉਹਦੇ 'ਚ ਦਰਦ, ਉਹਦੇ 'ਚ ਖਰਾਬੀ ਹੀ ਉਹਦੇ 'ਚ ਕੁਛ ਵੀ ਗਲਤ ਨਹੀਂ। ਬਿਲਕੁਲ। ਪਰ ਕਿਉਂਕਿ ਮਰਦ ਨੂੰ ਦਰਦ ਨਹੀਂ ਹੁੰਦਾ, ਇਸ ਕਰਕੇ ਫਿਰ ਮਰਦ ਆਪਣਾ ਦਰਦ ਦਾ ਇਜ਼ਹਾਰ ਵੀ ਨਹੀਂ ਕਰਦਾ, ਕਿਉਂਕਿ ਸਾਨੂੰ ਦੱਸ ਦਿੱਤਾ ਗਿਆ ਹੈ 1970 'ਚ ਆਈ, 1980 'ਚ ਆਈ ਫਿਲਮ, ਜਦੋਂ ਵੀ ਆਈ ਤਾਂ ਉਸ ਤੋਂ ਪਹਿਲਾਂ ਦੀ ਵੀ ਗੱਲ ਹੈ। ਇਹ ਨਹੀਂ ਕਿ ਮਰਦ ਫਿਲਮ 'ਚ ਕਿਹਾ ਗਿਆ ਉਹ ਤਾਂ ਹੀ ਸੱਚ ਹੋਇਆ, ਉਸ ਤੋਂ ਪਹਿਲਾਂ ਵੀ ਇਹੀ ਸੀਗਾ, ਬਾਅਦ 'ਚੋਂ ਵੀ ਹੁਣ ਵੀ ਇਹੀ ਚੱਲ ਰਿਹਾ ਹੈਗਾ ਕਿ ਅ ਮੈਨ ਸ਼ੁੱਡ ਬਿਹੇਵ ਲਾਈਕ ਅ ਮੈਨ ਸ਼ੁੱਡ ਬੀ ਮੈਨਲੀ ਇਨਫ ਟੂ ਡੂ ਦੀਜ਼ ਥਿੰਗਸ। ਅਤੇ ਜਿਹੜਾ ਉਹ ਮੈਨਲੀ ਦਾ ਕੰਸੈਪਟ ਹੈ ਜਾਂ ਮੈਨਲੀਨੈਸ ਦਾ ਕੰਸੈਪਟ ਹੈ, ਉਹ ਸਾਡਾ ਬਹੁਤ ਨੁਕਸਾਨ ਕਰਦਾ। ਕਿਉਂਕਿ ਹੁਣ ਜਿਹੜਾ ਸੋਸ਼ਲ ਮੀਡੀਆ 'ਤੇ ਥੋੜ੍ਹਾ ਸਮਾਂ ਪਹਿਲਾਂ ਇੱਕ ਹੋਰ ਜਿਹੜੀ ਐਡ ਹੈ ਉਹ ਵੀ ਆਈ ਸੀ ਕਿ ਬਜਾਏ ਇਹ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਖਾਈਏ ਕਿ ਮਰਦ ਜਿਹੜਾ ਹੈ ਉਹ ਕਦੇ ਰੋਂਦਾ ਨਹੀਂ, ਅਸੀਂ ਇਹ ਸਿਖਾਈਏ ਕਿ ਜਿਹੜਾ ਮਰਦ ਹੈ ਨਾ ਉਹ ਕਦੇ ਕਿਸੇ ਨੂੰ ਰਵਾਉਂਦਾ ਨਹੀਂ। ਉਹ ਬਹੁਤ ਖੂਬਸੂਰਤ ਐਡ ਹੈ, ਉਹ ਬਹੁਤ ਖੂਬਸੂਰਤ ਇੱਕ ਕੰਸੈਪਟ ਹੈਗਾ। ਉਹਦੇ 'ਚ ਦੋਨੋਂ ਜੈਂਡਰਸ ਦੇ ਰਿਲੇਸ਼ਨਸ਼ਿਪ ਦੀ ਗੱਲ ਕੀਤੀ ਗਈ ਹੈਗੀ ਜੀ, ਕਿ ਇੱਕ ਮਰਦ ਅਤੇ ਔਰਤ ਦਾ ਰਿਸ਼ਤਾ ਕਿੱਦਾਂ ਦਾ ਹੋਣਾ ਚਾਹੀਦਾ। ਕਿਉਂਕਿ ਜਦੋਂ ਅਸੀਂ ਬਚਪਨ ਤੋਂ ਇਹ ਗੱਲ ਕਹਿਣ ਲੱਗ ਜਾਂਦੇ ਨਾ ਬੱਚੇ ਨੂੰ, ਖਾਸ ਤੌਰ 'ਤੇ ਮੁੰਡਿਆਂ ਨੂੰ, ਕਿ ਲੜਕੇ ਰੋਂਦੇ ਨਹੀਂ ਹੈਗੇ, ਤੁਹਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਤੁਹਾਨੂੰ ਜ਼ਿਆਦਾ ਆਪਣਾ ਇਮੋਸ਼ਨਲ ਸਾਈਡ ਨਹੀਂ ਦਿਖਾਉਣੀ ਚਾਹੀਦੀ। ਉਹ ਕੀ ਹੁੰਦਾ ਕਿ ਜਦੋਂ ਜਿਸ ਤਰ੍ਹਾਂ ਉਹ ਬੱਚਾ ਵੱਡਾ ਹੁੰਦਾ ਜਾਂਦਾ ਹੈ ਅਤੇ ਜਦੋਂ ਉਹ ਇੱਕ ਉਮਰ ਅਟੇਨ ਕਰ ਲੈਂਦਾ ਹੈਗਾ, ਉਹ ਹਰ ਇੱਕ ਚੀਜ਼ ਤੋਂ ਨਾ, ਬਹੁਤ ਸਾਰੀ ਚੀਜ਼ਾਂ ਤੋਂ ਇਮੋਸ਼ਨਲੀ ਟੁੱਟ ਜਾਂਦਾ, ਉਹ ਇਮੋਸ਼ਨਲੀ ਡਿਸਟੈਂਟ ਹੋ ਜਾਂਦਾ। ਅਤੇ ਨਾ ਹੀ ਫਿਰ ਉਹਨੂੰ, ਤੁਸੀਂ ਦੇਖਿਆ ਹੋਣਾ ਕਿ ਅਕਸਰ ਅਸੀਂ ਘਰਾਂ 'ਚ ਗੱਲ ਕਰਦੇ ਹਾਂ ਕਿ ਆਦਮੀ ਤਾਂ ਨਾ ਐਵੇਂ ਦੇ ਹੀ ਹੁੰਦੇ ਨੇ, ਆਦਮੀ ਡਰਾਏ ਹੁੰਦੇ ਨੇ, ਠੀਕ ਹੈ।
ਉਹ ਡਰਾਈ ਇਸੇ ਕਰਕੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਹੀ ਪੈਦਾ ਹੁੰਦਿਆਂ ਤੋਂ ਹੀ, ਛੋਟੇ ਹੁੰਦੇ ਤੋਂ ਹੀ ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਜ਼ਿਆਦਾ ਇਮੋਸ਼ਨ ਨਹੀਂ ਸ਼ੋਅ ਕਰਨੇ ਆਪਣੇ, ਰੋਣਾ ਨਹੀਂ, ਠੀਕ ਹੈ, ਜ਼ਿਆਦਾ ਤੁਸੀਂ ਗੁੱਸਾ ਨਹੀਂ ਸ਼ੋਅ ਕਰਨਾ ਹੈਗਾ, ਕੋਈ ਟੈਨਸ਼ਨ ਹੈ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਮੈਨੂੰ ਬਹੁਤ ਸਟ੍ਰੈਸ ਹੈ, ਮੇਰੀ ਹੈਲਪ ਕਰੋ। ਤੁਸੀਂ ਆਪਣੇ ਘਰਾਂ 'ਚ ਵੀ ਦੇਖਿਆ ਹੋਣਾ, ਅਸੀਂ ਦੇਖਦੇ ਹਾਂ ਮਰਦ ਜਲਦੀ ਕਿਸੇ ਦੀ ਹੈਲਪ ਨਹੀਂ ਲੈਂਦੇ ਹੈਗੇ, ਚਾਹੇ ਉਹ ਫਾਦਰਸ ਹੋਣ, ਚਾਹੇ ਬ੍ਰਦਰਸ ਹੋਣ, ਚਾਹੇ ਹਸਬੈਂਡਸ ਹੋਣ, ਚਾਹੇ ਗ੍ਰੈਂਡਫਾਦਰਸ ਹੋਣ। ਉਹ ਜਦ ਤੱਕ ਮੈਨੂੰ ਲੱਗਦਾ ਕਿ ਪਾਣੀ ਨੱਕ ਤੱਕ ਨਹੀਂ ਆ ਜਾਂਦਾ ਹੈਗਾ, ਉਹ ਤਾਂ ਤੱਕ ਤੁਹਾਨੂੰ ਜਾ ਕੇ ਕਹਿਣਗੇ ਨਹੀਂ ਕਿ ਹਾਂਜੀ ਮੈਨੂੰ ਇਹ ਮੁਸੀਬਤ ਹੋਈ ਪਈ ਤੇ ਮੈਨੂੰ ਮਦਦ ਚਾਹੀਦੀ ਹੈ, ਮੈਨੂੰ ਮਦਦ ਚਾਹੀਦੀ। ਕਿਉਂਕਿ ਇੱਕ ਆਦਮੀ ਵਾਸਤੇ, ਇੱਕ ਮਤਲਬ ਕਨਵੈਨਸ਼ਨਲ ਆਦਮੀ ਵਾਸਤੇ ਮਦਦ ਮੰਗਣਾ ਵੀ ਕਮਜ਼ੋਰੀ ਦੀ ਨਿਸ਼ਾਨੀ ਹੈ ਕਿ ਮੈਂ ਮਦਦ ਮੰਗ ਰਿਹਾ ਕਿਸੇ ਤੋਂ। ਇਹਦਾ ਮਤਲਬ ਇਹ ਕਿ ਮੈਂ ਕਮਜ਼ੋਰ ਹਾਂ ਅਤੇ ਮੈਂ ਇਹ ਆਪਣੇ ਆਪ 'ਤੇ ਨਹੀਂ ਹੱਲ ਕਰ ਸਕਦਾ ਹੈਗਾ। ਉਹੀ ਹੈ ਵੀ ਬੱਚੇ ਨੂੰ ਤੁਸੀਂ ਛੋਟੇ ਹੁੰਦੇ ਇਹ ਦੱਸ ਦਿਓ ਕਿ ਰੋਂਦੇ ਨਹੀਂ, ਜਦ ਤੱਕ ਉਹ ਵੱਡਾ ਹੁੰਦਾ ਉਹ ਭੁੱਲ ਜਾਂਦਾ ਹੈ ਕਿ ਸਾਹਮਣੇ ਵਾਲਾ ਬੰਦਾ ਹੋ ਸਕਦਾ ਹੈ ਕਿ ਬਹੁਤ ਇਮੋਸ਼ਨਲ ਹੋਏ, ਅਤੇ ਤੁਸੀਂ ਆਪਣੀ ਪ੍ਰੈਕਟੀਕੈਲਿਟੀ ਦੇ ਚੱਲਦੇ, ਤੁਸੀਂ ਆਪਣੀ ਰੈਸ਼ਨੈਲਿਟੀ ਦੇ ਚੱਲਦੇ ਕਦੇ ਕਦੇ ਕੋਈ ਐਸੀ ਗੱਲ ਬੋਲ ਦਿੰਦੇ ਹੋ ਕਿ ਸਾਹਮਣੇ ਵਾਲੇ ਬੰਦੇ ਨੂੰ ਬਹੁਤ ਹਰਟ ਹੋ ਜਾਂਦਾ। ਉਹ ਇਸ ਕਰਕੇ ਉਹ ਐਡ ਬਹੁਤ ਅੱਛੀ ਬਣਾਈ ਹੈ, ਜਿਹਨੇ ਵੀ ਬਣਾਈ ਹੈ, ਜੋ ਵੀ ਕਨਸੈਪਟ ਹੈ ਉਹ ਬਹੁਤ ਅੱਛੀ ਐਡ ਬਣਾਈ ਸੀ ਜੀ। ਸਰ ਹੁਣੇ ਜਿਹੀ ਨਾ ਇੱਕ ਹੋਰ ਰਿਪੋਰਟ ਜਿਹੜੀ ਪੜ੍ਹੀ ਸੀ ਅਤੇ ਉਹ ਬਿਲਕੁਲ ਤੁਹਾਡੀ ਗੱਲ ਸੁਣ ਕੇ ਲੱਗਦਾ ਕਿ ਹਾਂ ਸੱਚਾਈ ਇਹੀ ਹੈ, ਕਿਉਂਕਿ ਅਸੀਂ ਜਿਸ ਥਾਂ 'ਤੇ ਖੜ੍ਹੇ ਹੁੰਦੇ ਹਾਂ ਨਾ, ਅਸੀਂ ਆਪਣੇ ਬਾਰੇ ਗੱਲ ਕਰ ਸਕਦੇ ਹਾਂ, ਦੂਜੇ ਬਾਰੇ ਸਾਨੂੰ ਖੁੱਲ੍ਹ ਕੇ, ਜਿਵੇਂ ਤੁਸੀਂ ਖੁਦ ਦੱਸ ਸਕਦੇ ਹੋ ਕਿ ਮੁੰਡੇ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ, ਹੈ ਨਾ। ਅਤੇ ਉਹਦੇ 'ਚ ਕਹਿੰਦੇ ਸੀਗੇ ਕਿ ਦਿਲ ਦੇ ਦੌਰੇ ਨਾ ਉਹ ਬੰਦਿਆਂ ਨੂੰ ਜ਼ਿਆਦਾ ਪੈਂਦੇ ਨੇ ਔਰਤਾਂ ਦੇ ਮੁਕਾਬਲੇ, ਅਤੇ ਉਹਦਾ ਕਾਰਨ ਇਹੀ ਹੈ ਕਿ ਉਹ ਕਦੇ ਕਿਸੇ ਨਾਲ ਦਿਲ ਖੋਲ੍ਹਦੇ ਨਹੀਂ ਆਪਣਾ, ਬਿਲਕੁਲ ਕਦੇ ਗੱਲ ਹੀ ਨਹੀਂ ਦੱਸਦੇ ਕਿਸੇ ਨੂੰ ਕਿ ਮੈਂ ਪਰੇਸ਼ਾਨ ਹਾਂ, ਜਾਂ ਮੈਂ ਸਟਰੈਸ ਦੇ ਵਿੱਚ ਹਾਂ, ਜਾਂ ਮੈਂ ਤਣਾਅ ਮਹਿਸੂਸ ਕਰ ਰਿਹਾ, ਜਾਂ ਮੈਨੂੰ ਇਹ ਗੱਲ ਬੁਰੀ ਲੱਗੀ ਹੈ, ਮਤਲਬ ਖੁੱਲ੍ਹ ਕੇ ਰੋਂਦੇ ਤੱਕ ਨਹੀਂ। ਕਿਉਂਕਿ ਸਾਨੂੰ ਲੱਗਦਾ ਜੇ ਸਾਡੇ ਸਾਹਮਣੇ ਕੋਈ ਮੁੰਡਾ ਰੋਂਦਾ ਹੈ ਨਾ, ਅਸੀਂ ਕਹਿੰਦੇ ਵੀ ਕੀ ਮੁੰਡਾ ਹੋ ਕੇ ਐਵੇਂ ਕੁੜੀਆਂ ਦੀ ਤਰ੍ਹਾਂ ਰੋਈ ਜਾਂਦਾ, ਮਤਲਬ ਅਸੀਂ ਆਪਣੇ ਸੱਦੇ ਤੈਅ ਕਰਤੇ ਨਾ ਵੀ ਤੂੰ ਇਹ ਤੇਰਾ ਇਹ ਜ਼ੋਨ ਹੈ, ਤੂੰ ਇਹਦੇ ਵਿੱਚ ਹੀ ਰਹਿਣਾ, ਇੱਦੋਂ ਬਾਹਰ ਜੇ ਤੂੰ ਆਏਗਾ ਤਾਂ ਫਿਰ ਉਹ ਗਲਤ ਹੋ ਜਾਊਗਾ ਸਮਾਜਿਕ ਸਿਸਟਮ, ਹੈ ਨਾ। ਤੁਸੀਂ ਹੁਣ ਇੱਕ ਯੂਨੀਵਰਸਿਟੀ ਦੇ ਵਿੱਚ ਪੜ੍ਹਾ ਰਹੇ ਹੋ, ਜਦੋਂ ਅਸੀਂ ਨੌਜਵਾਨਾਂ ਦੇ ਨਾਲ ਰਹਿੰਦੇ ਹਾਂ ਨਾ, ਉਂਝ ਵੀ ਕਹਿੰਦੇ ਆ ਕਿ ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਣ ਦਾ ਫਾਇਦਾ ਇਹ ਹੁੰਦਾ ਤੁਸੀਂ ਕਦੇ ਬੁੱਢੇ ਨਹੀਂ ਹੁੰਦੇ। ਹਾਂ, ਤੁਸੀਂ ਜਵਾਨ ਰਹਿੰਦੇ ਹੋ, ਤੁਹਾਨੂੰ ਹਰ ਸਾਲ ਤੁਹਾਨੂੰ ਨਵੇਂ ਲੋਕ ਮਿਲਦੇ ਨੇ, ਨਵੀਆਂ ਗੱਲਾਂ ਮਿਲਦੇ ਨੇ, ਨਵੇਂ ਤੁਹਾਨੂੰ ਟ੍ਰੈਂਡ ਸਿੱਖਣ ਨੂੰ ਮਿਲਦੇ ਨੇ ਕਿ ਅੱਛਾ ਹੁਣ ਇਹ ਚੱਲ ਰਿਹਾ, ਬੱਚੇ ਇੱਦਾਂ ਦੀ ਗੱਲਾਂ ਕਰਦੇ ਨੇ ਜੀ। ਅਤੇ ਤੁਸੀਂ ਖੁਦ ਵੀ ਜਵਾਨ ਹੋ ਹਾਲੇ, ਅਤੇ ਪਰ ਤੁਸੀਂ ਯੰਗਸਟਰਸ ਦੇ ਨਾਲ ਵੀ ਬਿਲਕੁਲ ਡੀਲ ਕਰ ਰਹੇ ਹੋ, ਹੈ ਨਾ। ਤੁਹਾਨੂੰ ਕੀ ਲੱਗਦਾ ਕਿ ਨਵੀਂ ਪੀੜ੍ਹੀ ਇਹਨਾਂ ਚੀਜ਼ਾਂ ਨੂੰ ਕਿਵੇਂ ਲੈ ਰਹੀ ਹੈ? ਕਿ ਕੁਝ ਇੱਕ ਚੀਜ਼ਾਂ ਜਿਵੇਂ ਮੈਨੂੰ ਕਈ ਵਾਰ ਮਹਿਸੂਸ ਹੁੰਦਾ ਕਿ ਜੋ ਚੀਜ਼ਾਂ ਸਾਡੇ ਲਈ ਬਹੁਤ ਚਿਰ ਬਾਅਦ ਜਾ ਕੇ ਨੋਰਮਲ ਹੋਈਆਂ, ਹੈ ਨਾ, ਜਦੋਂ ਅਸੀਂ ਬੱਚੇ ਦੇਖਦੇ ਹਾਂ, ਜਿਵੇਂ ਛੋਟੇ ਬੱਚੇ, ਚਾਹੇ ਅਸੀਂ ਟੈਕਨੋਲੋਜੀ ਦੀ ਗੱਲ ਲੈ ਲਈਏ, ਹੈ ਨਾ, ਤਾਂ ਉਹਨਾਂ ਲਈ ਉਹ ਬੜੀ ਆਮ ਜਿਹੀ ਚੀਜ਼ ਹੈ ਨਾ। ਅਤੇ ਜਿਵੇਂ ਕੋਈ ਖਾਣ ਵਾਲੀ ਚੀਜ਼ ਹੈ ਜਿਹੜੀਆਂ ਸਾਨੂੰ ਕਦੇ ਓਕੇਜ਼ਨਲੀ ਮਿਲਦੀਆਂ ਸੀ, ਵੀ ਕਿਸੇ ਖਾਸ ਦਿਨ ਤਿਉਹਾਰ 'ਤੇ ਮਿਲ ਗਈਆਂ, ਹੈ ਨਾ, ਉਹਨਾਂ ਲਈ ਉਹ ਸਾਰਾ ਕੁਛ ਬੜਾ ਆਮ ਜਿਹਾ ਅਵੇਲੇਬਲ ਹੈ। ਅਤੇ ਇਸੇ ਤਰ੍ਹਾਂ ਜਿਵੇਂ ਬਦਲਾਅ ਆ ਰਿਹਾ ਟੋਟਲੀ, ਜਿਹੜਾ ਸੁਸਾਇਟੀ ਦਾ ਇਨਵਾਇਰਮੈਂਟ ਹੈ ਜਿਹੜਾ ਉਹ ਬਦਲ ਰਿਹਾ, ਤਾਂ ਉਹਨੂੰ ਨਵੀਂ ਪੀੜ੍ਹੀ ਕਿਸ ਤਰ੍ਹਾਂ ਲੈਂਦੀ ਹੈ? ਦੇਖੋ, ਜਿੰਨਾ ਕੁ ਮੈਂ ਆਪਣੇ ਥੋੜ੍ਹੇ ਜਿਹੇ ਐਕਸਪੀਰੀਅੰਸ, ਟੀਚਿੰਗ ਐਕਸਪੀਰੀਅੰਸ ਦੌਰਾਨ ਦੇਖਿਆ ਹੈਗਾ, ਮੈਨੂੰ ਤਕਰੀਬਨ 8 ਸਾਲ ਹੋ ਗਏ ਨੇ ਪੜ੍ਹਾਉਂਦੇ ਹੋਏ, ਅਤੇ ਮੈਨੂੰ ਇਹ ਲੱਗਦਾ ਵੀ ਜਿਹੜੀ ਹੁਣ ਪ੍ਰੈਜ਼ੈਂਟ ਜਨਰੇਸ਼ਨ ਹੈ, ਇਹਨਾਂ 'ਚ ਇੱਕ ਚੀਜ਼ ਤਾਂ ਇਹ ਹੈ ਕਿ ਇਹਨਾਂ 'ਚ ਕਿਸੇ ਵੀ ਚੀਜ਼ ਦੀ ਨਾ ਐਕਸਾਈਟਮੈਂਟ ਉਸ ਲੈਵਲ ਦੀ ਨਹੀਂ ਹੈ। ਫੋਰ ਐਗਜ਼ਾਮਪਲ ਹੁਣ ਜਿਸ ਤਰ੍ਹਾਂ ਸਾਡੀ ਜਨਰੇਸ਼ਨ ਹੈ, ਹੁਣ ਜਦੋਂ ਪਹਿਲਾਂ ਘਰੇ ਕਲਰ TV ਆਇਆ, ਜਦੋਂ ਪਹਿਲਾਂ ਘਰੇ ਕੋਈ ਗੈਜਟ ਆਇਆ, ਪਹਿਲਾ ਮੋਬਾਈਲ ਜਦੋਂ ਆਇਆ ਘਰੇ ਸਾਡੇ, ਤਾਂ ਮੈਨੂੰ ਹਲੇ ਵੀ ਯਾਦ ਹੈ ਕਿ ਮੈਂ ਬੜਾ ਐਕਸਾਈਟਿਡ ਸੀਗਾ ਕਿ ਸਾਡੇ ਘਰੇ ਫ਼ੋਨ ਆਇਆ ਨਵਾਂ। ਇੱਕ ਫ਼ੋਨ ਸੀਗਾ ਅਤੇ ਅਸੀਂ ਮਤਲਬ 6 ਬੰਦਿਆਂ ਦਾ ਸਾਡਾ ਪਰਿਵਾਰ ਹੈਗਾ, ਅਤੇ ਸਾਨੂੰ ਬੜੀ ਐਕਸਾਈਟਮੈਂਟ ਸੀਗੀ ਸਾਡੇ ਘਰੇ ਇੱਕ ਮੋਬਾਈਲ ਫ਼ੋਨ ਹੈ ਜੀ। ਮੈਨੂੰ ਲੱਗਦਾ ਵੀ ਉਹ ਐਕਸਾਈਟਮੈਂਟ, ਉਹ ਫੀਲਿੰਗ ਨਾ ਹੁਣ ਪ੍ਰੈਜ਼ੈਂਟ ਜਨਰੇਸ਼ਨ ਨਹੀਂ ਲੈ ਸਕਦੀ, ਜਿਹੜੀ ਪੈਦਾ ਹੀ ਟੈਕਨੋਲੋਜੀ ਦੇ ਵਿੱਚ ਹੋ ਰਹੀ ਹੈ। ਮਤਲਬ ਜਿਹੜੀ ਸਾਡੀ ਜਨਰੇਸ਼ਨ ਹੈ ਉਹਨੇ ਇੱਕ ਟ੍ਰਾਂਜੀਸ਼ਨ ਦੇਖੀ ਹੈ। ਮਤਲਬ ਤੁਸੀਂ ਉਹ ਪੁਰਾਣੇ ਲੈਂਡਲਾਈਨ ਫ਼ੋਨ ਵੀ ਦੇਖੇ ਨੇ, ਤੁਸੀਂ ਚਿੱਠੀ ਪੱਤਰ ਵੀ ਦੇਖੇ ਨੇ, ਤੁਸੀਂ ਟੈਲੀਗ੍ਰਾਮ ਵੀ ਦੇਖਿਆ, ਅਤੇ ਹੁਣ ਬੱਚਿਆਂ ਨੇ ਫ਼ੋਨ ਵਾਲਾ ਟੈਲੀਗ੍ਰਾਮ ਵੀ ਦੇਖਿਆ, ਜਿਹੜੀ ਐਪ ਫ਼ੋਨ 'ਚ ਪਈ ਹੁੰਦੀ ਹੈਗੀ। ਅਸੀਂ ਉੱਥੇ ਤੱਕ ਦਾ ਵੀ ਸਮੇਂ ਤੈਅ ਕੀਤਾ ਕਿ ਇੱਕ ਹੱਥ ਲਿਖਿਆ ਵਾਲਾ ਟੈਲੀਗ੍ਰਾਮ, ਅਤੇ ਹੁਣ ਜਿਹੜੇ ਟੈਲੀਗ੍ਰਾਮ 'ਤੇ ਤੁਸੀਂ ਮੈਸੇਜਿੰਗ ਵੀ ਕਰਦੇ ਹੈਗੇ ਹੋ, ਅਸੀਂ ਉੱਥੋਂ ਪਹੁੰਚ ਗਏ ਇੱਕ ਟੈਲੀਗ੍ਰਾਮ ਤੋਂ ਦੂਜੇ ਟੈਲੀਗ੍ਰਾਮ ਤੱਕ। ਅੱਜ ਦੀ ਜਨਰੇਸ਼ਨ ਮੈਨੂੰ ਨਹੀਂ ਲੱਗਦਾ ਵੀ ਉਸ ਤਰੀਕੇ ਦੀ ਇੱਕ ਐਕਸਾਈਟਮੈਂਟ ਨੂੰ ਫੀਲ ਕਰ ਸਕਦੀ ਹੈਗੀ ਹੈ ਕਿ ਜਦੋਂ ਘਰੇ ਕੋਈ ਐਸੀ ਨਵੀਂ ਚੀਜ਼ ਆਉਂਦੀ ਹੈ, ਕਿਉਂਕਿ ਤੁਸੀਂ ਜਦੋਂ ਪੈਦਾ ਹੋਣ, ਜਿਹੜੀ
ਬੱਚੇ ਪੈਦਾ ਹੋ ਰਹੇ ਨੇ ਉਹ ਘਰੇ ਪੈਦਾ ਹੋ ਰਹੇ ਨੇ, ਟੈਕਨੋਲੋਜੀ ਦੇ ਵਿੱਚ ਹੀ ਪੈਦਾ ਹੋ ਰਹੇ ਨੇ। ਘਰੇ ਆਲਰੇਡੀ ਮੋਬਾਈਲ ਫੋਨਸ ਹੈਗੇ ਨੇ, ਸਮਾਰਟ ਟੀਵੀ ਹੈਗੇ, ਇੰਟਰਨੈਟ ਕਨੈਕਸ਼ਨਸ ਹੈਗੇ ਨੇ, ਤਾਂ ਉਹਦੇ ਨਾਲ ਫ਼ਰਕ ਇੰਨਾ ਜ਼ਰੂਰ ਪਿਆ ਕਿ ਬੱਚਿਆਂ ਨੂੰ ਅਵੇਅਰਨੈਸ ਬਹੁਤ ਜ਼ਿਆਦਾ। ਜਿੰਨੀ ਕਦੇ ਮੈਨੂੰ ਹੈਰਾਨੀ ਹੁੰਦੀ ਜਦੋਂ ਮੈਂ ਕਲਾਸ 'ਚ ਪੜ੍ਹਾ ਰਿਹਾ ਹੁੰਦਾ ਕਿ ਕੁਛ ਬੱਚਿਆਂ ਨੂੰ ਉਹ ਚੀਜ਼ਾਂ ਵੀ ਪਤਾ ਕਿ ਜਿਹੜੀਆਂ ਹਲੇ ਅਸੀਂ ਵੀ ਸੋਚ ਨਹੀਂ ਰਹੇ ਹੁੰਦੇ ਕਿ ਅੱਛਾ ਦੁਨੀਆ 'ਚ ਇੱਦਾਂ ਵੀ ਹੋ ਰਿਹਾ ਹੈਗਾ। ਪਰ ਉਹਦੇ ਨਾਲ ਇੰਨਾ ਜ਼ਰੂਰ ਹੋਇਆ ਕਿ ਟੈਕਨੋਲੋਜੀ 'ਤੇ ਇੰਨੀ ਜ਼ਿਆਦਾ ਉਹਨਾਂ ਦੀ ਹੋ ਗਈ ਹੈ ਡਿਪੈਂਡੈਂਟ, ਉਹ ਇੰਨੇ ਜ਼ਿਆਦਾ ਹੋ ਗਏ ਨੇ ਕਿ ਉਹ ਛੋਟੇ ਕੰਮਾਂ ਵਾਸਤੇ ਵੀ ਉਹਨਾਂ ਨੂੰ ਮਤਲਬ ਟੈਕਨੋਲੋਜੀ ਦਾ ਸਹਾਰਾ ਲੈਣਾ ਪੈਂਦਾ। ਅਗਰ ਤੁਸੀਂ ਬੱਚਿਆਂ ਨੂੰ ਕੋਈ ਐਪਲੀਕੇਸ਼ਨ ਲਿਖਣ ਨੂੰ ਕਹਿ ਦਿਓ ਹੈਂਡ ਰਿਟਨ, ਤੇ ਬੱਚਿਆਂ ਨੂੰ ਉਹ ਵੀ ਲਿਖਣੀ ਔਖੀ ਹੋ ਜਾਂਦੀ ਹੈ, ਪਰ ਬੱਚਿਆਂ ਨੂੰ WhatsApp ਮੈਸੇਜ ਕਰਨਾ ਸੌਖਾ ਲੱਗਦਾ। ਫਾਰਮਲ ਕਮਿਊਨੀਕੇਸ਼ਨ ਬੱਚਿਆਂ ਦੀ ਬਹੁਤ ਪੂਅਰ ਹੋ ਗਈ ਕਿਉਂਕਿ ਬੱਚੇ ਇਸ ਤਰੀਕੇ ਨਾਲ ਕੈਜੂਅਲ ਹੋ ਗਏ ਨੇ। ਅਸੈਸਿਬਿਲਿਟੀ ਇੰਨੀ ਜ਼ਿਆਦਾ ਹੋ ਗਈ ਹੈ ਬਿਟਵੀਨ ਟੀਚਰਸ ਐਂਡ ਸਟੂਡੈਂਟਸ ਕਿ ਉਹ ਜਿਸ ਤਰ੍ਹਾਂ ਪਹਿਲਾਂ ਇੱਕ ਉਹ ਰਿਸਪੈਕਟ ਸੀਗੀ, ਗੁਰੂ ਸ਼ਿਸ਼ਯ ਦਾ ਜਿਹੜਾ ਅਸੀਂ ਰਿਲੇਸ਼ਨਸ਼ਿਪ ਬੋਲਦੇ ਹੈਗੇ ਹਾਂ, ਉਹ ਆਲਮੋਸਟ ਹੁਣ ਖਤਮ ਹੋ ਚੁੱਕਾ ਹੈ। ਇਹ ਗੱਲ ਨਾ ਮੈਂ ਹਮੇਸ਼ਾ ਕਰਦੀ ਹੁੰਦੀ ਹਾਂ ਕਿ ਆਪਾਂ ਚਾਹੇ ਹੁਣ ਵੀ ਯੂਨੀਵਰਸਿਟੀ ਜਾਈਏ ਤਾਂ ਸਾਡੇ ਟੀਚਰਸ ਜੇ ਸਾਹਮਣੇ ਆ ਰਹੇ ਹੁੰਦੇ ਆ ਤਾਂ ਆਪਾਂ ਦੇਖ ਕੇ ਰਸਤਾ ਬਦਲ ਲੈਂਦੇ ਹਾਂ, ਕਿਉਂਕਿ ਹਲੇ ਵੀ ਇੱਕ ਝਿਜਕ ਜਾਂ ਕਈ ਵਾਰ ਜਿਵੇਂ ਹੁਣ ਟੈਕਨੋਲੋਜੀ ਦੀ ਜੇ ਅਸੀਂ ਗੱਲ ਕਰੀਏ ਤਾਂ ਜੇ ਉਹ ਸਾਨੂੰ ਕੋਈ ਮੈਸੇਜ ਕਰ ਦਿੰਦੇ ਆ ਜਾਂ ਕੁਛ ਹੈ ਨਾ, ਅਸੀਂ ਬੇਸ਼ੱਕ ਔਨਲਾਈਨ ਵੀ ਹੋਈਏ ਤਾਂ ਮੈਂ ਥੋੜ੍ਹਾ ਟਾਈਮ ਨਾਲ ਰੁਕ ਜਾਂਦੀ ਹੁੰਦੀ ਹਾਂ ਵੀ ਇਹ ਥੋੜ੍ਹਾ ਪਹਿਲਾਂ 5-4 ਮਿੰਟ ਰੁਕਾਂ, ਉਸ ਤੋਂ ਬਾਅਦ ਜਦੋਂ ਇਹ ਕਿਤੇ ਸਾਈਡ 'ਤੇ ਹੋਣ ਤਾਂ ਫਿਰ ਮੈਂ ਦੇਖ ਕੇ ਫਿਰ 3-4 ਵਾਰ ਸੋਚ ਕੇ ਕੱਟ ਕੇ ਦੁਬਾਰੇ ਫਿਰ ਜਵਾਬ ਲਿਖਦੇ ਹਾਂ, ਹੈ ਨਾ। ਹੁਣ ਬੱਚਿਆਂ ਦੇ ਵਿੱਚ ਉਹ ਚੀਜ਼ ਨਹੀਂ ਹੈ ਕਿਉਂਕਿ ਅਸੈਸਿਬਿਲਿਟੀ ਇੰਨੀ ਜ਼ਿਆਦਾ ਹੋ ਗਈ ਹੈ, ਖਾਸ ਤੌਰ 'ਤੇ ਕੋਵਿਡ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਹੋ ਗਈ ਹੈ ਕਿ ਤੁਸੀਂ 24 ਘੰਟੇ ਬੱਚੇ ਨਾਲ ਜੁੜੇ ਹੋਏ ਹੋ ਕਿਸੇ ਨਾ ਕਿਸੇ ਮਾਧਿਅਮ ਰਾਹੀਂ, ਚਾਹੇ ਉਹ WhatsApp ਹੋਏ, ਚਾਹੇ Facebook ਹੋਏ, ਚਾਹੇ ਕੋਈ ਹੋਰ ਐਪਲੀਕੇਸ਼ਨ ਹੋਏ, ਤੁਸੀਂ ਜੁੜੇ ਹੋਏ ਹੋ ਉਹਨਾਂ ਨਾਲ। ਅਤੇ ਜਦੋਂ ਤੁਸੀਂ ਉਹਨਾਂ ਨਾਲ ਜੁੜੇ ਹੋਏ ਹੋ ਅਤੇ ਬੱਚਾ ਤੁਹਾਨੂੰ ਕਦੇ ਵੀ ਰੀਚ ਆਊਟ ਕਰ ਸਕਦਾ, ਜਿਸ 'ਚ ਕੁਝ ਗਲਤ ਨਹੀਂ ਹੈਗਾ। ਅਗਰ ਬੱਚੇ ਨੂੰ ਕੋਈ ਐਮਰਜੈਂਸੀ ਹੈਗੀ ਹੈ, ਬੱਚੇ ਨੂੰ ਕੋਈ ਪੁੱਛਣਾ, ਕੱਲ੍ਹ ਬੱਚੇ ਦਾ ਕੋਈ ਪੇਪਰ ਹੈ, ਉਹਨੇ ਰਾਤ ਨੂੰ 7 ਵਜੇ ਤੁਹਾਨੂੰ ਪੁੱਛਣਾ ਹੈ, ਕੋਈ ਸਵਾਲ ਪੁੱਛਣਾ, ਉਸ 'ਚ ਕੁਝ ਗਲਤ ਨਹੀਂ ਹੈ। ਪਰ ਉਸ ਸਾਰੇ ਦੇ ਵਿੱਚ ਜਿਹੜਾ ਇੱਕ ਗੈਪ ਹੋਣਾ ਚਾਹੀਦਾ, ਇੱਕ ਜਿਹੜਾ ਪਰਦਾ ਹੋਣਾ ਚਾਹੀਦਾ ਟੀਚਰ ਅਤੇ ਸਟੂਡੈਂਟ ਦੇ ਵਿੱਚ, ਉਹ ਖਤਮ ਹੁੰਦਾ ਜਾ ਰਿਹਾ। ਉਹ ਜ਼ਰੂਰੀ ਹੁੰਦਾ। ਜਿਸ ਤਰ੍ਹਾਂ ਇੱਕ ਪੰਜਾਬੀ 'ਚ ਅਸੀਂ ਕਹਿੰਦੇ ਵੀ ਅੱਖ ਦਾ ਪਰਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਕਿਸੇ ਵੀ ਰਿਸ਼ਤੇ ਦੇ ਵਿੱਚ। ਉਹ ਅੱਖ ਦਾ ਜਿਹੜਾ ਪਰਦਾ ਹੈ, ਉਹ ਜਿਹੜਾ ਸ਼ਰਮ ਹੈ, ਉਹਨੂੰ ਤੁਸੀਂ ਝਿਜਕ ਕਹਿ ਲਓ, ਉਹਨੂੰ ਰਿਸਪੈਕਟ ਕਹਿ ਲਓ, ਉਹਨੂੰ ਝਿਜਕ, ਉਹਨੂੰ ਸ਼ਰਮ ਕਹਿ ਲਓ, ਉਹ ਹੋਣੀ ਬਹੁਤ ਜ਼ਰੂਰੀ ਹੈ। ਉਹ ਖਤਮ ਹੁੰਦੀ ਜਾ ਰਹੀ ਹੈ ਅੱਜ ਦੇ ਟਾਈਮ 'ਚ, ਜਿਹੜਾ ਕਿ ਅਕਸਰ ਮਤਲਬ ਦੇਖਣ ਨੂੰ ਸਾਨੂੰ ਮਿਲਦਾ। ਅਸੀਂ ਅਖਬਾਰਾਂ 'ਚ ਵੀ ਪੜ੍ਹਦੇ ਹਾਂ ਕਿ ਕਿਸੇ ਸਟੂਡੈਂਟ ਨੇ ਟੀਚਰ ਨਾਲ ਬਦਤਮੀਜ਼ੀ ਕਰਤੀ, ਕਿਸੇ ਟੀਚਰ ਨੇ ਸਟੂਡੈਂਟ ਨਾਲ ਵੀ ਬਦਤਮੀਜ਼ੀ ਕਰ ਲਈ, ਕੋਈ ਐਸੀ ਹਰਕਤ ਕਰ ਲਈ ਸ਼ਰਮਨਾਕ ਜਿਹੜੀ ਨਹੀਂ ਕਰਨੀ ਚਾਹੀਦੀ। ਉਹ ਇਸੇ ਕਰਕੇ ਹੋ ਰਿਹਾ ਕਿਉਂਕਿ ਜਿਹੜਾ ਪਰਦਾ ਹੈ ਉਹ ਖਤਮ ਹੁੰਦਾ ਜਾ ਰਿਹਾ, ਉਹ ਗੈਪ ਖਤਮ ਹੋ ਰਿਹਾ, ਬਿਲਕੁਲ ਬ੍ਰਿਜ ਹੋ ਗਿਆ। ਮਤਲਬ ਉਹ ਹੁਣ ਆਲਮੋਸਟ ਨੈਗਲੀਜੇਬਲ ਜਿਹਾ ਹੀ ਹੈ ਉਹ। ਕਿ ਅਸੀਂ ਕਹਿੰਦੇ ਨਾ ਵੀ ਇੱਕ ਅੱਖ ਦੀ ਲਿਹਾਜ਼ ਹੁੰਦੀ ਹੈ ਨਾ, ਅਸੀਂ ਆਮ ਸਿਆਣਿਆਂ ਤੋਂ ਇਹ ਗੱਲ ਸੁਣੀ ਹੈ। ਤੁਸੀਂ ਮੰਨਦੇ ਹੋ ਕਿ ਟੈਕਨੋਲੋਜੀ ਜਿਹੜੀ ਹੈ ਇਹ ਵੀ ਤਣਾਅ ਦੇ ਰਹੀ ਹੈ, ਚਾਹੇ ਉਹ ਅਧਿਆਪਕ ਹੈ ਜਾਂ ਵਿਦਿਆਰਥੀ ਹੈ, ਕਿਸੇ ਨੂੰ ਵੀ? ਟੈਕਨੋਲੋਜੀ ਬਹੁਤ ਤਣਾਅ ਦੇ ਰਹੀ ਹੈ। ਟੈਕਨੋਲੋਜੀ ਅਧਿਆਪਕ ਹੋਏ, ਵਿਦਿਆਰਥੀ ਹੋਏ, ਕੋਈ ਵੀ ਹੋਏ, ਬਹੁਤ ਤਣਾਅ ਦੇ ਰਹੀ ਹੈ। ਤੁਸੀਂ ਹੁਣ ਇੱਥੇ ਅਸੀਂ ਗੱਲਬਾਤ ਕਰ ਰਹੇ ਹੈਗੇ ਹਾਂ, ਤੁਸੀਂ ਹੁਣ ਇੱਥੋਂ ਜਾ ਕੇ ਫ਼ੋਨ ਚੱਕੋਗੇ ਆਪਣਾ, ਤੁਸੀਂ ਦੇਖੋਗੇ ਤੁਹਾਡੀ ਕੋਈ ਸਹੇਲੀ ਕਿਤੇ ਘੁੰਮ ਰਹੀ ਹੈਗੀ ਹੈ, ਤੁਹਾਨੂੰ ਤਣਾਅ ਹੋ ਜਾਣਾ ਕਿ ਤੁਸੀਂ ਇੰਨੀ ਠੰਡ 'ਚ ਕੰਮ ਕਰ ਰਹੇ ਹੋ ਅਤੇ ਤੁਹਾਡੀ ਸਹੇਲੀ ਕਿਤੇ ਜੋਧਪੁਰ, ਜੈਸਲਮੇਰ, ਕਿਤੇ ਗਰਮ ਇਲਾਕੇ 'ਚ ਘੁੰਮ ਰਹੀ ਹੈਗੀ ਜੀ। ਇੰਨਾ ਕੀ ਤਣਾਅ ਹੁੰਦਾ, ਬਸ, ਜ਼ਿਆਦਾ ਤਣਾਅ ਨਹੀਂ ਹੁੰਦਾ। ਫਿਰ ਤੁਸੀਂ ਆਪਣੇ ਘਰ ਜਾ ਕੇ ਘਰੇ ਗੱਲ ਕਰੋਗੇ ਕਿ ਮੈਂ ਇੱਥੇ ਠੰਡ 'ਚ ਕੰਮ ਕਰ ਰਹੀ ਹਾਂ ਅਤੇ ਦੇਖੋ ਮੇਰੀ ਸਹੇਲੀ ਉੱਥੇ ਘੁੰਮ ਰਹੀ ਹੈ। ਉਹਦੇ ਤੋਂ ਬਾਅਦ ਫਿਰ ਅੱਗੇ ਫੈਮਿਲੀ 'ਚ ਤਣਾਅ ਹੁੰਦਾ। ਬੇਸਿਕਲੀ ਅਗੇਨ ਉਹੀ ਗੱਲ ਹੈ ਵੀ ਅਸੀਂ ਇੰਨਾ ਜ਼ਿਆਦਾ ਚੀਜ਼ਾਂ ਸ਼ੇਅਰ ਕਰਨ ਲੱਗ ਗਏ ਹਾਂ ਜਿੰਨੀ ਜ਼ਰੂਰਤ ਨਹੀਂ ਹੈਗੀ, ਅਤੇ ਉਹਦੇ ਕਾਰਨ ਤੁਹਾਨੂੰ ਇਹ ਲੱਗਣ ਲੱਗ ਜਾਂਦਾ, ਸਾਨੂੰ ਸਾਰਿਆਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਤੁਸੀਂ ਕੁਛ ਜ਼ਿੰਦਗੀ 'ਚ ਮਿਸ ਕਰ ਰਹੇ ਹੋ ਕਿ ਦੂਸਰਾ ਬੰਦਾ ਕੁਛ ਜ਼ਿਆਦਾ ਇੰਜੋਏ ਕਰ ਰਿਹਾ ਲਾਈਫ ਨੂੰ ਅਤੇ ਮੈਂ ਨਹੀਂ ਕਰ ਪਾ ਰਹੀ ਜਾਂ ਮੈਂ ਨਹੀਂ ਕਰ ਪਾ ਰਿਹਾ। ਉਹਦੇ 'ਚ ਫਿਰ ਚਾਹੇ ਮਰਦ ਹੋਏ, ਔਰਤ ਹੋਏ, ਚਾਹੇ ਸਟੂਡੈਂਟ ਹੋਏ, ਚਾਹੇ ਟੀਚਰ ਹੋਏ, ਉਹ ਸਾਰਿਆਂ ਨੂੰ ਤਣਾਅ ਹੈ। ਹੁਣ ਤੁਸੀਂ ਕੋਈ ਵੀ ਉਪਲਬਧੀ ਕਰਦੇ ਹੋ, ਵੱਡੀ ਛੋਟੀ, ਸਭ ਤੋਂ ਪਹਿਲਾ ਕੰਮ ਕੀ ਹੁੰਦਾ, ਅਸੀਂ ਉਹਨੂੰ ਸੋਸ਼ਲ ਮੀਡੀਆ 'ਤੇ ਪਾਉਂਦੇ, ਠੀਕ ਹੈ। ਫਿਰ ਉਹਦੇ ਤੋਂ ਬਾਅਦ ਅਸੀਂ ਜੀ ਵੇਟ ਕਰਦੇ ਹਾਂ ਕਿ ਕਿੰਨੇ ਲਾਈਕਸ ਆ ਰਹੇ ਹੈ, ਕਿੰਨੇ ਕਮੈਂਟਸ ਆ ਰਹੇ ਹੈ। ਫਿਰ ਅੱਧੇ ਘੰਟੇ ਬਾਅਦ ਅਸੀਂ ਉਸ ਪੋਸਟ ਨੂੰ ਜਾ ਕੇ ਚੈੱਕ ਕਰਦੇ ਹਾਂ ਕਿ ਲਾਈਕ ਆ ਰਹੇ ਹੈ ਕਿ ਨਹੀਂ ਆ ਰਹੇ, ਕਮੈਂਟ ਆ ਰਹੇ ਹੈ ਕਿ ਨਹੀਂ ਆ ਰਹੇ, ਵਿਊ ਆ ਰਹੇ ਹੈ ਕਿ ਨਹੀਂ ਆ ਰਹੇ ਹੈਗੇ। ਕਿੰਨਾ ਤਣਾਅ ਹੈ ਦੇਖੋ ਉਹ। ਅਗਰ ਤੁਹਾਡੀ ਪੋਸਟ 'ਤੇ ਘੱਟ ਕਮੈਂਟ ਆਉਣ, ਉਹਦਾ ਵੀ ਸਟ੍ਰੈਸ ਹੈ। ਅਗਰ ਲਾਈਕ ਘੱਟ ਆਉਣ, ਉਹਦਾ ਵੀ ਸਟ੍ਰੈਸ ਹੈ। ਅਗਰ ਵਿਊਜ਼ ਘੱਟ ਆਉਣ, ਉਹਦਾ ਵੀ ਸਟ੍ਰੈਸ ਹੈਗਾ।
ਇਹ ਤਾਂ ਜਿਵੇਂ ਸਾਡੀ ਜਨਰੇਸ਼ਨ ਦੀ ਗੱਲ ਹੋ ਗਈ ਹੈ ਨਾ, ਜਾਂ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਉਹਨਾਂ ਦੀ ਇਹ ਗੱਲ ਹੋ ਗਈ। ਜਿਵੇਂ ਵੈਸੇ ਵੀ ਹੁਣ ਕਹਿੰਦੇ ਕਿ ਜਨਰੇਸ਼ਨ ਗੈਪ 5 ਸਾਲ ਦਾ ਹੀ ਰਹਿ ਗਿਆ, ਕਿ ਇੰਨੇ ਕੁ ਉਹਦੇ 'ਚ ਸਮਾਂ ਬਦਲ ਜਾਂਦਾ ਹੈ। ਬਿਲਕੁਲ ਬਿਲਕੁਲ 4-5 ਸਾਲ 'ਚ ਚੀਜ਼ਾਂ ਬਹੁਤ ਬਦਲ ਜਾਂਦੀਆਂ ਜੀ। ਤੇ ਜਿਵੇਂ ਸਾਡੇ ਜਿਹੜੇ ਮਾਪੇ ਨੇ, ਮੈਂ ਇੱਕ ਕਿਤਾਬ ਪੜ੍ਹ ਰਹੀ ਸੀ, ਉਹਦੇ 'ਚ ਲਿਖਿਆ ਹੋਇਆ ਸੀ ਕਿ ਤੁਹਾਡੇ ਬੱਚੇ ਤੁਹਾਡੇ ਨਹੀਂ ਹੈਗੇ, ਉਹ ਤੁਹਾਡੇ ਰਾਹੀਂ ਆਏ ਜ਼ਰੂਰ ਨੇ, ਪਰ ਉਹ ਤੁਹਾਡੇ ਨਹੀਂ ਹੈਗੇ, ਉਹ ਜ਼ਿੰਦਗੀ ਦੀ ਸਵੈਤਾਂਗ ਦੇ ਧੀਆਂ ਪੁੱਤਰ ਨੇ। ਤੁਸੀਂ ਉਹਨਾਂ ਨੂੰ ਆਪਣੇ ਵਿਚਾਰ ਦੇ ਸਕਦੇ ਹੋ, ਆਪਣੇ ਉਦੇਸ਼ ਨਹੀਂ ਦੇ ਸਕਦੇ, ਹੈ ਨਾ। ਤਾਂ ਸਾਡੇ ਮਾਪਿਆਂ ਨੇ ਕਈ ਵਾਰ ਨਾ ਮੈਂ ਇਹ ਗੱਲ ਕਰਦੀ ਹੁੰਦੀ ਹਾਂ ਕਿ ਸਾਡੇ ਬੱਚੇ ਜਦੋਂ ਵੱਡੇ ਹੋਣਗੇ ਤਾਂ ਉਹ ਜੇ ਇਹ ਗੱਲ ਕਹਿਣਗੇ ਕਿ ਸਾਡੇ ਮਾਂ ਪਿਓ ਨੇ ਸਾਡੇ ਲਈ ਕੁਛ ਨਹੀਂ ਕੀਤਾ ਜਾਂ ਸਾਨੂੰ ਘੱਟ ਸਮਾਂ ਦਿੱਤਾ, ਤਾਂ ਅਸੀਂ ਸ਼ਾਇਦ ਕਿਤੇ ਨਾ ਕਿਤੇ ਉਹ ਗੱਲ ਸਵੀਕਾਰ ਲਾਂਗੇ, ਹੈ ਨਾ, ਕਿਉਂਕਿ ਅਸੀਂ ਆਪਣੇ ਕਰੀਅਰ ਨੂੰ ਵੀ ਉਨਾ ਹੀ ਸਮਾਂ ਦੇ ਰਹੇ ਹਾਂ। ਹਾਲਾਂਕਿ ਬੈਲੈਂਸ ਕਰਕੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਡੇ ਮਾਪੇ, ਉਹਨਾਂ ਦਾ ਸਾਰਾ ਸਮਾਂ ਸਾਡੇ 'ਤੇ ਹੀ ਨਿਕਲਿਆ। ਉਹਨਾਂ ਦੀ ਜ਼ਿੰਦਗੀ ਦਾ ਇੱਕੋ ਇੱਕ ਏਮ ਸੀ ਕਿ ਬੱਚਿਆਂ ਨੂੰ ਵਧੀਆ ਢੰਗ ਨਾਲ, ਜਿਵੇਂ ਸਾਨੂੰ ਸਕੂਲ ਭੇਜਣਾ, ਸਕੂਲੋਂ ਆਏ ਤੋਂ ਸਾਨੂੰ ਰੋਟੀ ਪਾਣੀ ਦੇਣਾ, ਹੈ ਨਾ। ਹਰ ਘਰ ਦੀ, ਸਾਡੀ ਜਨਰੇਸ਼ਨ ਦੀ ਤਾਂ ਸਰ ਇਹੀ ਕਹਾਣੀ ਆ। ਤਾਂ ਹੁਣ ਜਿਹੜੀਆਂ ਸਾਡੀਆਂ ਮਾਵਾਂ ਨੇ ਉਹ ਵੀ ਬਹੁਤ ਤਣਾਅ ਦੇ ਵਿੱਚ ਨੇ। ਅਸੀਂ ਆਮ ਦੇਖਦੇ ਹਾਂ ਕੁਝ ਸਾਲ ਪਹਿਲਾਂ ਤੱਕ, ਤੁਸੀਂ ਯਕੀਨ ਮੰਨਿਓ ਕਿ ਜਦੋਂ ਤੱਕ ਮੈਂ ਕਾਲਜ ਪੜ੍ਹਦੀ ਸੀ ਮੈਨੂੰ ਪਤਾ ਨਹੀਂ ਸੀ ਕਿ ਡਿਪਰੈਸ਼ਨ ਹੁੰਦਾ ਕੀ ਹੈ ਨਾ। ਤਾਂ ਹੁਣ ਜਦੋਂ ਕਾਲਜ ਦੇ ਵਿੱਚ ਮੈਂ ਪਹਿਲੀ ਵਾਰ ਇਹ ਸ਼ਬਦ ਸੁਣਿਆ ਸੀ ਕਿ ਡਿਪਰੈਸ਼ਨ ਕੀ ਹੁੰਦਾ, ਹੁਣ ਅਸੀਂ ਆਮ ਹੀ ਦੇਖਦੇ ਹਾਂ ਕਿ ਸਾਡੇ ਜਿਹੜੇ ਘਰਾਂ ਦੇ ਵਿੱਚ ਬਜ਼ੁਰਗ ਨੇ, ਚਾਹੇ ਉਹ ਸਾਡੇ ਮਾਪੇ ਨੇ, ਜਿਨ੍ਹਾਂ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਕਦੇ ਨਹੀਂ ਸੁਣਿਆ ਹੋਏਗਾ, ਉਹ ਵੀ ਸ਼ਿਕਾਰ ਹੋ ਰਹੇ ਨੇ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਉਹਦੇ ਜ਼ਿੰਮੇਵਾਰ ਵੀ ਅਸੀਂ ਹਾਂ? ਦੇਖੋ, ਮੈਂ ਇਹ ਤਾਂ ਨਹੀਂ ਕਹਾਂਗਾ ਕਿ ਉਹਦੇ ਜ਼ਿੰਮੇਵਾਰ ਅਸੀਂ ਹਾਂ, ਕਿਉਂਕਿ ਉਹ ਇੱਕ ਪੂਰੀ ਦੀ ਪੂਰੀ ਜਨਰੇਸ਼ਨ ਨੂੰ ਬਲੇਮ ਕਰਨ ਵਾਲੀ ਗੱਲ ਹੋ ਜਾਏਗੀ। ਹਾਂ, ਇੰਨਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਸਮਾਂ ਇੰਨੀ ਤੇਜ਼ੀ ਨਾਲ ਬਦਲ ਗਿਆ ਹੈ ਕਿ ਇੱਕ ਜਨਰੇਸ਼ਨ ਅਤੇ ਦੂਸਰੀ ਜਨਰੇਸ਼ਨ, ਇੱਕ ਪੀੜ੍ਹੀ ਅਤੇ ਦੂਸਰੀ ਪੀੜ੍ਹੀ 'ਚ ਇੰਨਾ ਜ਼ਿਆਦਾ ਗੈਪ ਆ ਗਿਆ ਕਿ ਉਹਨਾਂ ਦੋਨਾਂ ਦੇ ਵਿੱਚ ਜਿਹੜੇ ਇੱਕ ਅਸੀਂ ਅੰਗਰੇਜ਼ੀ ਕਹਿੰਦੇ ਹਾਂ ਕਿ ਕਾਮਨੈਲਿਟੀ, ਤਾਲਮੇਲ ਨਹੀਂ ਬੈਠ ਰਿਹਾ। ਤਾਲਮੇਲ ਮਤਲਬ ਕਿ ਸਾਂਝੀ ਗੱਲ ਕਰਨ ਵਾਲੀ ਕੋਈ ਨਹੀਂ ਹੁੰਦੀ ਹੈਗੀ। ਮਤਲਬ ਸਾਡੇ ਪੇਰੈਂਟਸ ਇੱਕ ਅਲੱਗ ਟਾਈਮ 'ਚ ਵੱਡੇ ਹੋਏ ਨੇ, ਅਸੀਂ ਹੁਣ ਇੱਕ ਅਲੱਗ ਟਾਈਮ 'ਚ ਵੱਡੇ ਹੋ ਰਹੇ ਹਾਂ। ਜਿਹੜੀ ਹੁਣ ਅਗਲੀ ਜਨਰੇਸ਼ਨ ਹੈ ਉਹ ਇੱਕ ਡਿਫਰੈਂਟ ਟਾਈਮ ਪੀਰੀਅਡ 'ਚ ਵੱਡੀ ਹੋ ਰਹੀ ਹੈ। ਤੁਸੀਂ ਅੱਜ ਕਿਸੇ 12-13 ਸਾਲ ਦੇ ਬੱਚੇ ਨਾਲ ਗੱਲ ਕਰੋ, ਫਿਰ ਤੁਸੀਂ ਉਹਨੂੰ ਆਪਣੇ ਨਾਲ ਕੰਪੇਅਰ ਕਰੋ ਕਿ ਜਦੋਂ ਤੁਸੀਂ 12-13 ਸਾਲ ਦੇ ਸੀਗੇ ਤਾਂ ਤੁਸੀਂ ਕਿਹੋ ਜਿਹਾ ਜੀਵਨ ਬਤੀਤ ਕਰ ਰਹੇ ਸੀਗੇ। ਉਹਦੇ 'ਚ ਕੋਈ ਤਾਲਮੇਲ ਨਹੀਂ ਹੈਗਾ। ਅੱਜ ਕੱਲ੍ਹ ਦਾ 12-13 ਸਾਲ ਦਾ ਬੱਚਾ ਜਿਸ ਤਰੀਕੇ ਦੀ ਜ਼ਿੰਦਗੀ ਬਤੀਤ ਕਰ ਰਿਹਾ ਅਤੇ ਜਿਸ ਤਰੀਕੇ ਦੀ ਤੁਸੀਂ ਬਤੀਤ ਕੀਤੀ ਜਾਂ ਮੈਂ ਬਤੀਤ ਕੀਤੀ, ਉਹਦੇ 'ਚ ਬਹੁਤ ਫਰਕ ਹੈ। ਅਤੇ ਜਦੋਂ ਉਹ 30-32 ਸਾਲ 35 ਸਾਲ ਦਾ ਹੋਏਗਾ, ਉਹ ਇੱਕ ਡਿਫਰੈਂਟ ਹੀ ਇਨਸਾਨ ਹੋਏਗਾ ਜਿਹੜਾ ਅੱਜ ਦੇ ਸਮੇਂ ਦੇ ਨਾਲ ਰਿਲੇਟ ਨਹੀਂ ਕਰ ਪਾਏਗਾ। ਫਿਰ ਜਦੋਂ ਉਹਦੇ ਪੇਰੈਂਟਸ ਕੋਈ ਗੱਲ ਕਹਿਣਗੇ ਸ਼ਾਇਦ ਉਹ ਉਹਦੇ ਨਾਲ ਵੀ ਰਿਲੇਟ ਨਾ ਕਰ ਪਾਏ, ਕਿਉਂਕਿ ਟਾਈਮ ਇੰਨੀ ਜਲਦੀ ਬਦਲ ਰਿਹਾ ਹੈਗਾ। ਅਤੇ ਜਿਹੜੇ ਸਾਡੇ ਘਰ ਸਾਡੇ ਦਾਦਾ ਦਾਦੀ, ਪੇਰੈਂਟਸ ਦੀ ਵੀ ਜਨਰੇਸ਼ਨ ਬੈਠੀ ਹੈ, ਉਹਨਾਂ ਦਾ ਟਾਈਮ ਇੱਕ ਟਾਈਮ ਪੀਰੀਅਡ 'ਤੇ ਆ ਕੇ, ਇੱਕ ਏਜ 'ਤੇ ਆ ਕੇ ਰੁਕ ਗਿਆ, ਕਿਉਂਕਿ ਉਹਨਾਂ ਦੇ ਲਾਈਫ ਐਕਸਪੀਰੀਅੰਸਿਸ, ਜਦੋਂ ਉਹ ਘਰੋਂ ਬਾਹਰ ਜਾਂਦੇ ਸੀ, ਕੰਮ ਕਰਦੇ ਸੀਗੇ, ਉਹਨਾਂ ਦੇ ਲਾਈਫ ਐਕਸਪੀਰੀਅੰਸਿਸ ਉੱਥੇ ਤੱਕ ਦੇ ਸੀਗੇ। ਹੁਣ ਜਿਸ ਤਰੀਕੇ ਦੀ ਟੈਕਨੋਲੋਜੀਕਲ ਐਡਵਾਂਸਮੈਂਟ ਹੋ ਰਹੀ ਹੈ, ਇਹ ਨਹੀਂ ਕਿ ਇਹ ਗੱਲ ਸਾਰਿਆਂ 'ਤੇ ਲਾਗੂ ਹੁੰਦੀ ਹੈ। ਬਹੁਤ ਸਾਰੇ ਘਰਾਂ 'ਚ ਬਹੁਤ ਸਾਰੇ ਬਜ਼ੁਰਗ ਇੱਦਾਂ ਦੇ ਵੀ ਨੇ ਕਿ ਜਿਹੜੇ ਬੜੇ ਅਪ ਟੂ ਡੇਟ ਰਹਿੰਦੇ ਨੇ, ਪਰ ਤੁਸੀਂ ਇਹ ਗੱਲ ਸਾਰਿਆਂ ਵਾਸਤੇ ਨਹੀਂ ਕਹਿ ਸਕਦੇ। ਬਹੁਤਾਤ ਵਿੱਚ ਬਹੁਤ ਸਾਰੇ ਬਜ਼ੁਰਗ ਇੱਦਾਂ ਨੇ ਜਿਹੜੇ ਅਪ ਟੂ ਡੇਟ ਨਹੀਂ ਰਹਿੰਦੇ ਕਿ ਬਾਹਰ ਸਮਾਜ ਵਿੱਚ ਕੀ ਹੋ ਰਿਹਾ ਹੈ, ਸਮਾਜ ਅੱਛਾ ਬੁਰਾ, ਅੱਛਾਈ ਵੱਲ ਵੱਧ ਰਿਹਾ ਜਾਂ ਬੁਰਾਈ ਵੱਲ ਵੱਧ ਰਿਹਾ, ਕੁਝ ਚੰਗਾ ਹੋ ਰਿਹਾ, ਕੁਝ ਮਾੜਾ ਹੋ ਰਿਹਾ, ਉਸ ਚੀਜ਼ 'ਤੇ ਹਲੇ ਅਪ ਟੂ ਡੇਟ ਨਹੀਂ ਰਹਿੰਦੇ ਹੈਗੇ। ਅਤੇ ਫਿਰ ਜਦੋਂ ਸਾਡੀ ਜਨਰੇਸ਼ਨ ਦੇ ਜਾਂ ਆਉਣ ਵਾਲੀ ਜਨਰੇਸ਼ਨ ਦੇ ਲੋਕ ਜਦੋਂ ਬੱਚੇ ਘਰ ਜਾਂਦੇ ਨੇ, ਉਹਨਾਂ ਨਾਲ ਕੋਈ ਗੱਲ ਸਾਂਝੀ ਕਰਦੇ ਨੇ, ਤਾਂ ਨਾ ਉਹ ਉਸ ਗੱਲ ਨਾਲ ਕਨੈਕਟ ਕਰ ਪਾਉਂਦੇ ਨੇ, ਅਤੇ ਜਿਹੜਾ ਬੰਦਾ ਗੱਲ ਸਾਂਝੀ ਕਰ ਰਿਹਾ ਨਾ ਉਹਨੂੰ ਕੁਛ ਉੱਥੋਂ ਰਿਐਕਸ਼ਨ ਮਿਲਦਾ। ਅਤੇ ਜਦੋਂ ਨਾ ਰਿਐਕਸ਼ਨ ਮਿਲੇਗਾ ਤਾਂ ਨਾ ਸਾਹਮਣੇ ਵਾਲੇ ਨੂੰ ਸਮਝ ਆਏਗੀ, ਅਤੇ ਫਿਰ ਜਿਹੜੀ ਗੱਲਬਾਤ ਦਾ ਸਿਲਸਿਲਾ ਹੈ ਉਹ ਆਫਟਰ ਅ ਪੁਆਇੰਟ ਖਤਮ ਹੋ ਜਾਏਗਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਨਾ ਸਾਹਮਣੇ ਵਾਲੇ ਤੋਂ ਕੋਈ ਰਿਐਕਸ਼ਨ ਆਉਣਾ ਅਤੇ ਨਾ ਹੀ ਉਹਨਾਂ ਨੂੰ ਕੋਈ ਗੱਲ ਸਮਝ ਆ ਰਹੀ ਹੈ, ਅਤੇ ਨਾ ਹੀ ਤੁਹਾਡੇ ਕੋਲ ਕੋਈ ਹੋਰ ਗੱਲ ਕਰਨ ਨੂੰ ਮੁੱਦਾ ਹੈਗਾ। ਫਿਰ ਤੁਸੀਂ ਆਪਣੀ ਗੱਲ ਕਿੱਥੇ ਕਰੋਗੇ? ਤੁਸੀਂ ਆਪਣੀ ਗੱਲ ਉਹਨਾਂ ਲੋਕਾਂ ਨਾਲ ਹੀ ਕਰੋਗੇ ਜਿਨ੍ਹਾਂ ਨਾਲ ਤੁਹਾਡੀ ਬਣਦੀ ਹੈ, ਜਿਹੜੇ ਤੁਹਾਡੀ ਗੱਲ ਸਮਝ ਸਕਦੇ। ਅਤੇ ਜਿਹੜੇ ਉਹ ਬਜ਼ੁਰਗ ਘਰ ਬੈਠੇ ਨੇ, ਉਹਨਾਂ ਕੋਲ ਗੱਲ ਕਰਨ ਵਾਸਤੇ ਕੋਈ ਨਹੀਂ ਰਹੇਗਾ, ਅਤੇ ਜਦੋਂ ਉਹ ਇਕੱਲੇ ਰਹਿਣਗੇ ਅਤੇ ਜਾਂ ਤਾਂ ਉਹ ਟੀ ਵੀ ਦੇਖਣਗੇ, ਠੀਕ ਹੈ, ਅਤੇ ਟੀ ਵੀ 'ਤੇ ਵੀ ਅੱਜ ਕੱਲ੍ਹ ਉਹ ਚੀਜ਼ਾਂ ਨਹੀਂ ਆਉਂਦੀਆਂ ਜਿਹੜੀਆਂ ਉਹਨਾਂ ਨੂੰ ਸਮਝ ਆ ਸਕਣ। ਅਤੇ ਫਿਰ ਤਣਾਅ ਤਾਂ ਓਬਵੀਅਸਲੀ ਹੋਣਾ। ਜਦੋਂ ਤੁਸੀਂ ਇਕੱਲੇ ਬੈਠੇ ਰਹੋਗੇ, ਆਪਣੇ ਅੰਦਰ ਹੀ ਆਪਣਾ ਹੀ ਪੁਰਾਣਾ ਸਮਾਂ ਯਾਦ ਕਰਦੇ ਰਹੋਗੇ, ਤਾਂ ਕਿਸੇ ਨਾ ਕਿਸੇ ਤਰੀਕੇ ਦਾ ਡਿਪਰੈਸ਼ਨ, ਕਿਸੇ ਨਾ ਕਿਸੇ ਤਰੀਕੇ ਦਾ ਸਟ੍ਰੈਸ
ਕੋਈ ਨਾ ਕੋਈ ਮਾਨਸਿਕ ਬਿਮਾਰੀ ਨੇ ਤੁਹਾਨੂੰ ਘੇਰ ਹੀ ਲੈਣਾ ਸੂਨਰ ਦੈਨ ਲੇਟਰ। ਕੁਛ ਨਾ ਕੁਛ ਤੁਹਾਨੂੰ ਮਾਨਸਿਕ ਤਣਾਅ, ਮਾਨਸਿਕ ਬਿਮਾਰੀ, ਕੋਈ ਨਾ ਕੋਈ ਮੈਂਟਲ ਇਲਨੈਸ ਹੋ ਹੀ ਜਾਂਦੀ ਹੈਗੀ। ਫਿਰ ਅਸੀਂ ਖਬਰਾਂ ਪੜ੍ਹਦੇ ਹਾਂ ਕਿ ਅੱਜ ਕੱਲ੍ਹ ਹੁਣ ਅੱਜ ਤੋਂ 20 ਸਾਲ ਪਹਿਲਾਂ ਜਾਂ ਮਤਲਬ 15 ਸਾਲ ਪਹਿਲਾਂ ਕਿਸ ਨੇ ਸੁਣਿਆ ਸੀਗਾ ਕਿ ਐਲਜ਼ਾਈਮਰ ਵਰਗੀ ਕੋਈ ਬਿਮਾਰੀ ਹੁੰਦੀ ਹੈਗੀ ਹੈ, ਐਸਪਰਜਰ ਸਿੰਡਰੋਮ ਹੁੰਦਾ। ਅੱਜ ਕੱਲ੍ਹ ਬਹੁਤ ਕਾਮਨ ਹੋ ਗਿਆ, ਐਲਜ਼ਾਈਮਰ ਇੰਨਾ ਕਾਮਨ ਹੋ ਗਿਆ ਅੱਜ ਕੱਲ੍ਹ, ਕਿਉਂਕਿ ਨਾ ਹੀ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਅਤੇ ਨਾ ਹੀ ਸਾਡੀ ਗੱਲ ਕੋਈ ਸਮਝ ਪਾਉਂਦਾ ਹੈਗਾ। ਫਿਰ ਉਹ ਅੰਦਰ ਹੀ ਅੰਦਰ ਆਪਣੇ ਅੰਦਰ ਹੀ ਅਸੀਂ ਘੜਦੇ ਰਹਿੰਦੇ ਹਾਂ, ਅਤੇ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਦੀ ਤਾਂ ਮਾਨਸਿਕ ਬਿਮਾਰੀ ਦਾ ਉਹਨੂੰ ਰੂਪ ਲੈਣਾ ਹੀ ਹੋਏਗੀ। ਅਸੀਂ ਨਾ ਇਹੀ ਗੱਲ ਕਰ ਰਹੇ ਸੀ ਕਿ ਵੱਧਦੀ ਉਮਰ ਦੇ ਵਿੱਚ ਵੀ ਨਾ ਕੋਈ ਰੁਝੇਵਾਂ ਸਾਡੇ ਕੋਲ ਜ਼ਰੂਰ ਹੋਣਾ ਚਾਹੀਦਾ, ਜਿਹੜਾ ਕਿ ਅਸੀਂ ਘੱਟੋ ਘੱਟ ਆਪਣਾ ਧਿਆਨ ਇੱਕ ਪਾਸੇ ਲਾਉਣ ਨੂੰ ਸਾਡੇ ਕੋਲ ਕੋਈ ਦੂਸਰਾ ਰਾਹ ਤਾਂ ਹੋਵੇ, ਹੈ ਨਾ। ਡਾਕਟਰ ਸਾਹਿਬ, ਅਖੀਰ ਦੇ ਵਿੱਚ ਜਿਵੇਂ ਤੁਹਾਨੂੰ ਕਹਾਂ ਕਿ ਤੁਸੀਂ ਜਿਹੜਾ ਸਮੇਂ ਦੇ ਨਾਲ ਬਦਲਾਅ ਆ ਰਿਹਾ ਇਹ ਤੁਸੀਂ ਇਹਨੂੰ ਕਿਵੇਂ ਲੈਂਦੇ ਹੋ? ਬਦਲਾਅ ਤਾਂ ਦੇਖੋ ਸਾਰੇ ਹੀ ਚੰਗੇ ਹੁੰਦੇ ਨੇ। ਅੱਜ ਦੇ ਦੌਰ 'ਚ ਅਗਰ ਮੈਂ ਦੇਖਾਂ ਤਾਂ ਐਜ਼ ਅ ਹਿਊਮਨ ਸਪੀਸ਼ੀਜ਼ ਗਲੋਬਲ ਲੈਵਲ 'ਤੇ ਸਾਡੀ ਲਾਈਫ ਕੰਫਰਟ ਲੈਵਲ ਦੇ ਚਰਮ ਸੀਮਾ 'ਤੇ ਹੈ ਇਸ ਵੇਲੇ। ਜੀ ਬਿਲਕੁਲ ਠੀਕ ਹੈ। ਉਹ ਬਦਲਾਵ ਆਏ ਨੇ, ਚੰਗੇ ਬਦਲਾਵ ਹੀ ਆਏ ਨੇ, ਤਾਂ ਹੀ ਕਰਕੇ ਸਾਡੀ ਜ਼ਿੰਦਗੀ ਸੌਖੀ ਹੋਈ ਹੈਗੀ। ਪਰ ਹਾਂ, ਉਹਦੇ ਨਾਲ ਕੁਛ ਚੀਜ਼ਾਂ ਇੱਦਾਂ ਹੋਈਆਂ ਵੀ ਜਿਹੜੀ ਇਨਸਾਨ ਦੀ ਆਪਸ ਦੀ ਜਿਹੜੀ ਸਾਂਝ ਹੈ ਉਹ ਟੁੱਟ ਗਈ ਹੈ। ਉਹ ਤੁਸੀਂ ਟੈਕਨੋਲੋਜੀ ਨਾਲ ਇੰਟਰੈਕਸ਼ਨ ਸਾਡੀ ਜ਼ਿਆਦਾ ਹੈਗੀ ਹੈ ਅਤੇ ਲੋਕਾਂ ਨਾਲ ਘੱਟ ਹੈ। ਅਤੇ ਜਿਨ੍ਹਾਂ ਨਾਲ ਵੀ ਹੈਗੀ ਹੈ ਉਹਨਾਂ ਨਾਲ ਵੀ ਸਾਡੀ ਇੰਟਰੈਕਸ਼ਨ ਮੈਕਸੀਮਮ ਉਸੀ ਵਾਸਤੇ ਹੈ ਕਿ ਮੈਨੂੰ ਇਹਦੇ ਤੋਂ ਕੋਈ ਕੰਮ ਹੈ, ਵੀ ਇਹ ਬੰਦਾ ਮੇਰੀ ਕੋਈ ਹੈਲਪ ਕਰੇਗਾ, ਇਹ ਬੰਦਾ ਮੇਰੇ ਕਿਸੇ ਕੰਮ ਆਏਗਾ ਤਾਂ ਮੈਂ ਇੰਟਰੈਕਟ ਕਰ ਰਿਹਾ ਇਹਦੇ ਨਾਲ, ਨਹੀਂ ਤਾਂ ਅਗਰ ਇਹ ਮੇਰੇ ਕੰਮ ਦਾ ਨਹੀਂ ਹੈਗਾ ਅਤੇ ਆਪਾਂ ਕਿਧਰੇ ਹੋਰ ਚੱਲਦੇ ਹਾਂ ਜਿਹੜਾ ਬੰਦਾ ਕੰਮ ਦਾ ਹੋਏ। ਮੈਕਸੀਮਮ ਦੋਸਤੀ ਯਾਰੀ ਜਿਹੜੀ ਹੈ, ਮੈਕਸੀਮਮ ਰਿਸ਼ਤੇ ਜਿਹੜੇ ਨੇ ਉਹ ਇਸੀ ਚੀਜ਼ 'ਤੇ ਖੜ੍ਹੇ ਨੇ। ਬਦਲਾਵ ਤਾਂ ਆਉਂਦਾ ਰਹਿੰਦਾ, ਚੰਗੀ ਗੱਲ ਹੈ, ਸਮਾਜ 'ਚ ਬਦਲਾਵ ਆਉਂਦਾ ਵੀ ਰਹੇਗਾ। ਅਤੇ ਮੈਨੂੰ ਲੱਗਦਾ ਵੀ ਜੋ ਚੀਜ਼ਾਂ ਬਦਲ ਰਹੀਆਂ ਨੇ ਟੈਕਨੋਲੋਜੀਕਲੀ ਬਹੁਤ ਚੀਜ਼ਾਂ ਅੱਛੀਆਂ ਵੀ ਹੋ ਗਈਆਂ ਨੇ, ਪਰ ਉਸੀ ਟੈਕਨੋਲੋਜੀ ਦੇ ਕਾਰਨ ਥੋੜ੍ਹੀਆਂ ਦਿੱਕਤਾਂ ਵੀ ਆਈਆਂ ਨੇ। ਕੁਛ ਰਿਲੇਸ਼ਨ ਜਿਹੜੇ ਫਾਰਮਲ ਰਿਲੇਸ਼ਨ ਹੈ, ਵਰਕਿੰਗ ਰਿਲੇਸ਼ਨ ਹੈ ਤੁਹਾਡੇ, ਉਹਨਾਂ 'ਚ ਵੀ ਸਾਡੇ ਘਰਾਂ 'ਚ ਵੀ ਕੁਛ ਦਿੱਕਤਾਂ ਆਈਆਂ ਨੇ। ਐਸੀ ਗੱਲ ਨਹੀਂ ਹੈ ਕਿ ਮਤਲਬ ਘਰ ਦੇ ਰਿਸ਼ਤੇ ਸਾਰੇ ਹੀ ਵਧੀਆ ਨੇ। ਅੱਜ ਕੱਲ੍ਹ ਅਸੀਂ ਅਖਬਾਰਾਂ 'ਚ ਪੜ੍ਹਦੇ ਹੀ ਰਹਿੰਦੇ ਹਾਂ ਕਿ ਬੜੀਆਂ ਅਜੀਬ ਜੀ ਖਬਰਾਂ ਆਉਂਦੀਆਂ, ਪਤੀ ਨੇ ਪਤਨੀ ਨੂੰ ਮਾਰਤਾ, ਪਤਨੀ ਨੇ ਪਤੀ ਨੂੰ ਮਾਰਤਾ। ਠੀਕ ਹੈ, ਉਹ ਪਹਿਲਾਂ ਵੀ ਹੁੰਦਾ ਸੀਗਾ, ਪਰ ਹੁਣ ਬਹੁਤ ਫਰੀਕੁਐਂਟਲੀ ਸੁਣਨ ਨੂੰ ਮਿਲਦੀਆਂ ਇਹ ਚੀਜ਼ਾਂ। ਜੀ, ਇਹ ਸ਼ਾਇਦ ਪਹਿਲਾਂ ਹੁੰਦਾ ਸੀ ਤਾਂ ਇੰਨੀ ਜਾਣਕਾਰੀ ਸਾਡੇ ਕੋਲ ਨਹੀਂ ਸੀ ਪਹੁੰਚਦੀ, ਹੁਣ ਨਿਊਜ਼ ਫਲੋ ਬਹੁਤ ਜ਼ਿਆਦਾ ਹੈ। ਹਾਂ, ਇਹ ਵੀ ਹੋ ਸਕਦਾ ਕਿ ਸਾਡੇ ਕੋਲ ਸਾਧਨ ਹੀ ਇੰਨੇ ਸਾਰੇ ਨੇ ਇਨਫੋਰਮੇਸ਼ਨ ਦੇ ਕਿ ਕਿਤੋਂ ਨਾ ਕਿਤੋਂ ਤੁਹਾਡੇ ਕੋਲ ਗੱਲ ਪਹੁੰਚ ਹੀ ਜਾਂਦੀ ਹੈ। ਪਹਿਲਾਂ ਕੁਛ ਐਸਾ ਵਾਕਿਆ ਹੁੰਦਾ ਸੀਗਾ, ਸੁਣਨ ਨੂੰ ਨਹੀਂ ਮਿਲਦਾ ਸੀਗਾ। ਹੁਣ ਅਖਬਾਰਾਂ ਨੇ, ਸੋਸ਼ਲ ਮੀਡੀਆ, ਇੰਨੇ ਸਾਰੇ ਵੈਬਸਾਈਟਸ ਨੇ, ਕਿਤੇ ਨਾ ਕਿਤੇ ਤੁਹਾਨੂੰ ਸੁਣਨ ਨੂੰ ਕੋਈ ਨਾ ਕੋਈ ਚੀਜ਼ ਮਿਲ ਹੀ ਜਾਂਦੀ ਹੈਗੀ ਹੈ। ਬਾਕੀ ਬਦਲਾਵ ਨੂੰ ਮੈਂ ਮਾੜਾ ਨਹੀਂ ਕਹਿੰਦਾ। ਅਗਰ ਤੁਸੀਂ ਮੇਰੇ ਕਲੋਜ਼ਿੰਗ ਰਿਮਾਰਕਸ ਚਾਹੁੰਦੇ ਹੋ ਤਾਂ ਮੈਂ ਇਹੀ ਕਹਿੰਦਾ ਕਿ ਬਦਲਾਵ ਕਦੇ ਮਾੜਾ ਨਹੀਂ ਹੁੰਦਾ। ਚੇਂਜ ਇਜ਼ ਆਲਵੇਜ਼ ਫॉर द ਗੁੱਡ। ਹਾਂ, ਵੀ ਪਾਣੀ ਖੜਾ ਹੈ ਅਤੇ ਉਸ 'ਚ ਬਦਬੂ ਆ ਹੀ ਜਾਣੀ ਹੈਗੀ, ਚੱਲਦਾ ਰਹੇਗਾ ਅਤੇ ਠੀਕ ਰਹੇਗਾ। ਅਤੇ ਜ਼ਿੰਦਗੀ ਵੀ ਚੱਲਦੀ ਰਹਿਣੀ ਚਾਹੀਦੀ ਹੈ, ਚੇਂਜ ਆਉਂਦਾ ਰਹਿਣਾ ਚਾਹੀਦਾ। ਪਰ ਜਿਹੜੇ ਸਾਡੇ ਨਾਲ ਲੋਕ ਨੇ ਅਸੀਂ ਉਹਨਾਂ ਤੋਂ ਨਾ ਟੁੱਟੀਏ। ਜੀ ਸਰ, ਤੁਸੀਂ ਸਾਡੇ ਨਾਲ ਬਹੁਤ ਚੰਗੀਆਂ ਗੱਲਾਂ ਕੀਤੀਆਂ, ਸਾਨੂੰ ਸਮਾਂ ਦਿੱਤਾ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਨੂੰ, ਤੁਸੀਂ ਮੌਕਾ ਦਿੱਤਾ, ਮੈਨੂੰ ਇੱਥੇ ਬੁਲਾਇਆ, ਸੱਦਾ ਦਿੱਤਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਬਦਲਾਅ ਹਮੇਸ਼ਾ ਹਾਨੀਕਾਰਕ ਨਹੀਂ ਹੁੰਦਾ, ਬਦਲਾਅ ਆਉਣਾ ਸਮੇਂ ਦੀ ਚਾਲ ਦੇ ਨਾਲ ਸੁਭਾਵਿਕ ਹੈ। ਕਹਿੰਦੇ ਕਿ ਇੱਕ ਥਾਂ 'ਤੇ ਖੜ੍ਹੇ ਪਾਣੀ ਵੀ ਜਿਹੜੇ ਨੇ ਉਹਨਾਂ ਦੇ ਵਿੱਚੋਂ ਵੀ ਬੋ ਆਉਣੀ ਸ਼ੁਰੂ ਹੋ ਜਾਂਦੀ ਹੈ, ਅਤੇ ਹਮੇਸ਼ਾ ਤੁਰਦੇ ਰਹਿਣਾ ਚੰਗੀ ਗੱਲ ਹੁੰਦੀ ਹੈ। ਕਹਿੰਦੇ ਨੇ ਕਿ ਤੂੰ ਤੁਰਿਆ ਜਾਵੇ ਪਾਂਦੀ, ਤੁਰਿਆ ਜਾ, ਤੇਰੀ ਮੰਜ਼ਿਲ ਖੜੀ ਉਡੀਕੇ, ਤੱਕਦੀ ਤੇਰਾ ਰਾਹ, ਤੂੰ ਤੁਰਿਆ ਜਾ। ਪਰ ਜਿਸ ਮੰਜ਼ਿਲ ਦੇ ਰਸਤੇ 'ਤੇ ਅਸੀਂ ਜਾ ਰਹੇ ਹਾਂ ਉੱਥੇ ਇੰਨੀ ਕੋਸ਼ਿਸ਼ ਜ਼ਰੂਰ ਕਰੀਏ ਕਿ ਉੱਥੇ ਸਾਡੇ ਨਾਲ ਸਾਡਾ ਘਰ ਪਰਿਵਾਰ ਜ਼ਰੂਰ ਹੋਏ, ਕਿਉਂਕਿ ਜੇ ਅਸੀਂ ਤਣਾਅ ਤੋਂ ਦੂਰ ਰਹਿਣਾ ਚਾਹੁੰਦੇ ਹਾਂ ਨਾ, ਤਾਂ ਉਹਦੇ ਲਈ ਜ਼ਰੂਰੀ ਹੈ ਕਿ ਸਾਡੇ ਕੋਲ ਹੋਣ, ਜਿਨ੍ਹਾਂ ਨਾਲ ਘੱਟੋ ਘੱਟ ਅਸੀਂ ਜਦੋਂ ਸਾਨੂੰ ਜ਼ਰੂਰਤ ਹੋਵੇ ਜਾਂ ਜਦੋਂ ਉਹਨਾਂ ਨੂੰ ਜ਼ਰੂਰਤ ਹੋਵੇ ਅਸੀਂ ਦਿਲ ਖੋਲ੍ਹ ਕੇ ਉਹਨਾਂ ਨਾਲ ਦਿਲ ਦੀ ਗੱਲ ਕਰ ਸਕੀਏ, ਉਹਨਾਂ ਨੂੰ ਆਪਣੀ ਕਹਿ ਸਕੀਏ ਅਤੇ ਉਹਨਾਂ ਦੀਆਂ ਸੁਣ ਸਕੀਏ। ਇਸੇ ਉਮੀਦ ਦੇ ਨਾਲ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ।